ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਤੁਹਾਡੀ ਜਿਹੜੀ ਯੂਨੀਅਨ ਦਾ ਜਥੇਬੰਦੀ ਦਾ। ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਵੇਖਦੇ ਸੀ, ਹੁਣ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਪਹਿਲਾਂ ਕਿਸ ਤਰ੍ਹਾਂ ਵੇਖਦੇ ਸੀ? ਜਿਸ ਤਰੀਕੇ ਦੇ ਨਾਲ ਅੰਦੋਲਨ ਜਿੱਤਿਆ ਗਿਆ ਉਹਦਾ ਕੀ ਲੱਗਦਾ, ਉਹਦਾ ਰਿਜ਼ਲਟ ਸਹੀ ਆਇਆ? ਹੁਣ ਅਸੀਂ ਲੰਬਾ ਟਾਈਮ ਲਾਇਆ ਕਿਸਾਨਾਂ ਦੇ ਵਿੱਚ ਜਾਗਰਤੀ ਨੂੰ, 2 ਮਹੀਨੇ ਲਗਾਤਾਰ ਰੇਲ ਦੀਆਂ ਪਟੜੀਆਂ ਤੇ ਬੈਠੇ ਕਿਸਾਨੀ ਨੂੰ ਜਗਾਇਆ, ਕਿਸਾਨੀ ਨੂੰ ਜਾਗ ਲੱਗੀ, ਕਿਸਾਨੀ ਨੂੰ ਸਮਝ ਆ ਗਈ, ਔਰ ਉਹ ਸਮਝ ਦੇ ਵਿੱਚੋਂ ਫਿਰ ਲੋਕ ਆਪ ਮਾਰੇ ਅੰਦੋਲਨ ਦੇ ਵਿੱਚ ਸ਼ਾਮਲ। ਤੁਹਾਨੂੰ ਰਾਜੇਵਾਲ ਨੇ ਸਿੱਧਾ ਕਹਿਤਾ ਵੀ ਤੁਸੀਂ ਆਰਐਸਐਸ ਸੰਘ ਦੇ ਮੈਂਬਰ ਹੋ, ਤੁਸੀਂ ਇਹ ਗੱਲ ਕਲੀਅਰ ਕਰੋ ਵੀ ਤੁਸੀਂ ਆਰਐਸਐਸ ਸੰਘ ਦੇ ਮੈਂਬਰ ਹੋ ਹੈ ਜਾਂ ਨਹੀਂ? ਇੱਕ ਪਾਸੇ ਤਾਂ ਆਰਐਸਐਸ ਉਹ ਵਿਚਾਰਧਾਰਾ ਜਿਹੜੀ ਦੇਸ਼ ਨੂੰ ਗੁਲਾਮ ਕਰਕੇ ਰੱਖਣ ਵਾਲੇ ਲੋਕਾਂ ਤੋਂ ਕੋਲੋਂ ਮਾਫੀਆ ਮੰਗ ਕੇ ਤੇ ਉਹਨਾਂ ਦੀ ਹੱਥ ਠੋਕੇ ਬਣ ਕੇ ਖੜ ਗਈ। ਅਸੀਂ ਉਹ ਜੀ ਵਿਚਾਰਧਾਰਾ ਨੂੰ ਕਿਵੇਂ ਨੇੜੇ ਲੱਗਣ ਦੇ ਦਾਂਗੇ ਜੀ? ਪਹਿਲੀ ਮੀਟਿੰਗ ਸਾਡੀ ਮੁਰਾਦਾਬਾਦ ਹੁੰਦੀ ਆ ਯੂਪੀ 'ਚ। ਉਹ ਜਿਹੜੀ ਮੁਰਾਦਾਬਾਦ ਮੀਟਿੰਗ ਹੁੰਦੀ ਹੈ, ਮੈਂ ਪਹਿਲੀ ਮੀਟਿੰਗ ਅਟੈਂਡ ਕੀਤੀ ਹੈ, ਔਰ ਉਸ ਮੀਟਿੰਗ ਦੇ ਵਿੱਚ ਰਾਜੇਵਾਲ ਸਾਹਿਬ ਉਸ ਮੀਟਿੰਗ ਦੇ ਪ੍ਰਧਾਨ ਨੇ, ਉੱਥੇ ਪ੍ਰੈਸ ਨੂੰ ਸੰਬੋਧਨ ਕਰ ਰਹੇ ਨੇ, ਉਸੇ ਰਾਸ਼ਟਰੀ ਕਿਸਾਨ ਮਹਾਸੰਘ 'ਚ ਬੈਠੇ। ਤਾਂ ਕੀ ਫਿਰ ਜੇ ਡੱਲੇਵਾਲ ਉਸ ਰਾਸ਼ਟਰੀ ਕਿਸਾਨ ਮਹਾਸੰਘ ਦਾ ਹਿੱਸਾ ਹੋਣ ਕਰਕੇ ਆਰਐਸਐਸ ਦਾ ਬੰਦਾ ਹੈ, ਤੇ ਪਰ ਰਾਜੇਵਾਲ ਸਾਹਿਬ ਖੁਦ ਕੀ ਨੇ ਹੋਣ ਕਿ ਇਹਨਾਂ ਕੁਝ ਆਗੂਆਂ ਨੇ ਸਰਕਾਰ ਨਾਲ ਬਾਈਪਾਸ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਹੁਣ ਜਿਹੜੇ ਉੱਥੇ 4-5 ਬੱਚੇ ਸ਼ਹੀਦ ਕਰਾਤੇ, ਨੌਜਵਾਨ ਗੱਭਰੂ ਜਵਾਕ ਅਗਲਿਆਂ ਦੇ, ਔਰ ਉਹ ਗਾਏ ਤਾਂ ਐਮਐਸਪੀ ਲੈਣਾ ਨਾ, ਤੇ ਐਮਐਸਪੀ ਤੋਂ ਅਸੀਂ ਭੱਜ ਕੇ ਆਏ ਆ। ਕਿਉਂਕਿ ਕਿ ਤੁਸੀਂ ਜਿਹੜੇ ਹੈਗੇ ਆ ਤੰਬੂ ਦੇ ਵਿੱਚ ਬਣਾ ਕੇ ਵੀਡੀਓ ਪਾ ਰਹੇ ਹੋ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਲਾਲ ਕਿਲ੍ਹੇ ਤੋਂ ਵਾਪਸ ਆ ਜਾਓ, ਉਸ ਤਰੀਕੇ ਦੀ ਮੂਵਮੈਂਟ ਕਿਸ ਤਰ੍ਹਾਂ ਸੀ? ਤੋਂ ਕਿ ਸਾਡਾ ਧਾਰਮਿਕ ਨਿਸ਼ਾਨ ਸਾਹਿਬ ਤੇ ਕਿਹਾ ਉਹਨੂੰ ਕੀ ਗਿਆ, ਪ੍ਰਚਾਰ ਕੀ ਹੋਇਆ? ਖਾਲਿਸਤਾਨ ਦਾ ਝੰਡਾ ਹੋਇਆ ਨਾ, ਸਾਰੇ ਚੈਨਲਾਂ ਨੇ ਖਾਲਿਸਤਾਨ ਦਾ ਝੰਡਾ ਕਹਿ ਕੇ ਪ੍ਰਚਾਰਿਆ। ਹੁਣ ਉਹ ਸਾਡੇ ਇੱਕ ਕਮਿਊਨਿਟੀ ਅਸੀਂ ਬੈਠੇ ਸਿੱਖ, ਦੂਸਰੀਆਂ ਕਮਿਊਨਿਟੀਆਂ ਉਹਨਾਂ ਦੇ ਵਿੱਚ ਇੱਕ ਗੱਲ ਵਾੜ ਰਹੇ ਨੇ ਜ਼ੋਰ ਦੇ ਕੇ ਸਾਰੇ ਚੈਨਲ ਕਿ ਦੇਖੋ ਜੀ ਖਾਲਿਸਤਾਨ ਦਾ ਝੰਡਾ ਚੜਾਤਾ, ਇਹਦਾ ਖਾਲਿਸਤਾਨ ਬਣਾਉਣਾ ਹੈ। ਜਿਸ ਤਰੀਕੇ ਨਾਲ ਯੂਪੀ ਦੇ ਲੋਕ ਸਾਡੇ ਕਿਸਾਨਾਂ ਵੀਰਾਂ ਦੇ ਨਾਲ ਆ ਕੇ ਲੜੇ, ਉਹ ਐਮਐਸਪੀ ਦੀ ਗਰੰਟੀ ਭਾਲਦੇ, ਕੀ ਲੱਗਦਾ ਸਰਕਾਰ ਉਹਨਾਂ ਐਮਐਸਪੀ ਦੇ ਦੂਗੀ? ਤੁਹਾਨੂੰ ਲੱਗਦਾ ਵੀ ਕਿਸਾਨੀ ਅੰਦੋਲਨ ਉੱਥੋਂ ਚੱਕਣ ਦੇ ਵਿੱਚ ਫਿਰ ਵੀ ਕਾਹਲੀ ਕਰ ਗਏ? ਐਡਾ ਵੱਡਾ ਮੋਰਚਾ ਜਿੱਤ ਕੇ ਵੀ ਅਸੀਂ ਕਾਹਲੀ ਕਰ ਗਏ। ਘਰੋਂ ਕਿੰਨਾ ਕੁ ਸਹਿਯੋਗ ਮਿਲਦਾ ਰਿਹਾ? ਕਰੋ ਬਹੁਤ ਸਹਿਯੋਗ। ਤੇ ਸਾਡੇ ਕਿਸਾਨਾਂ ਦੀ, ਸਾਡੇ ਲੋਕਾਂ ਦੀ ਕੋਈ ਗਲਤੀ ਨਹੀਂ ਡੱਲੇਵਾਲ ਸਾਹਿਬ, ਇਹ ਸਾਰੀਆਂ ਗਲਤੀਆਂ ਜਿਹੜੇ ਕਿਸਾਨ ਆਗੂਆਂ ਦੀਆਂ ਕੀਤੀਆਂ ਹੋਈਆਂ ਨੇ, ਤੁਸੀਂ ਇਹ ਗੱਲ ਮੰਨਦੇ ਹੋ? ਕਿ ਸਾਡੇ ਵਰਗਿਆਂ ਨੂੰ ਭਾਵੇਂ ਸਿਰ ਫਿਰਿਆ ਹੀ ਕਹਿ ਰਹੇ ਨੇ ਕੁਝ ਲੋਕ, ਟਿੱਪਣੀਆਂ ਬੜੀਆਂ ਕਰਦੇ ਆ, ਸਿਰ ਫਿਰਿਆ ਲੀਡਰ ਹੈ, ਇਹ ਹੈ ਉਹ ਹੈ, ਫਲਾਣਾ ਤੇ ਹੋ ਗਿਆ, ਮੈਂ ਸੁਣਦਾ, ਪਰ ਮੈਂ ਇਹ ਸਮਝਦਾ ਕਿ ਜੇ ਮੈਂ ਵੀ ਇਹਨਾਂ ਦੇ ਮਗਰ ਲੱਗ ਕੇ ਇਹ ਕਹਿ ਦਿੰਦਾ ਨਾ ਕਿ ਹਾਂ ਜੀ ਅਸੀਂ ਪੰਜਾਬ ਵਾਲੇ ਤਾਂ ਚੱਲੇ ਆ, ਸਾਡੇ ਤਾਂ 3 ਕਾਨੂੰਨ ਰੱਦ ਹੋ ਗਏ, ਮੇਰਾ ਖਿਆਲ ਹੈ ਪੰਜਾਬੀਆਂ ਨੂੰ ਲੋਕਾਂ ਨੇ ਗਦਾਰ ਕਹਿਣਾ। ਆਦਮੀ ਪਾਰਟੀ ਦੀ ਸਰਕਾਰ ਹੈ, ਇਲੈਕਸ਼ਨਾਂ ਤੋਂ ਪਹਿਲਾਂ, ਵੋਟਾਂ ਤੋਂ ਪਹਿਲਾਂ ਅਨੇਕਾਂ ਉਮੀਦਵਾਰ, ਅਨੇਕਾਂ ਉਦੋਂ ਉਸ ਸਮੇਂ ਦੇ ਜਿਹੜੇ ਐਮਐਲਏ ਸੀ ਕਹਿੰਦੇ ਸੀ ਕਿ ਜਿਸ ਦਿਨ ਸਾਡੀ ਸਰਕਾਰ ਬਣ ਗਈ ਅਸੀਂ ਐਮਐਸਪੀ ਦੇਵਾਂਗੇ। ਤੁਸੀਂ ਕਿਸ ਤਰ੍ਹਾਂ ਵੇਖਦੇ? ਪਿਛਲੇ ਦਿਨ ਸਾਨੂੰ ਕਹਿਤਾ ਕਿ ਮੂੰਗੀ ਬੀਜੋ, ਅਸੀਂ ਐਮਐਸਪੀ ਦੇਵਾਂਗੇ। ਹੁਣ ਐਮਐਸਪੀ ਵਾਸਤੇ ਮੂੰਗੀ ਪੈਦਾ ਹੋਊਗੀ ਤਾਂ ਫੇਰ ਹੀ ਦੇਣਗੇ ਨਾ। ਲੋਕ ਵਿਚਾਰੇ 400-400 ਰੁਪਏ ਕਿਲੋ ਦੇ ਭਾਅ ਦਾ ਬੀਜ ਲੈ ਕੇ ਰੱਖੀ ਬੈਠੇ, ਤੁਹਾਨੂੰ ਮੈਂ ਮੇਰੇ ਘਰੇ ਪਿਆ ਖਾ ਦਿੰਦਾ, ਬੀਜ ਲਿਆ ਕੇ ਰੱਖੀ ਬੈਠੇ ਆ। ਬੀਜਾ ਕਿਵੇਂ ਜਾਣਾ? ਰੌਣੀ ਹੋਣੀ ਹੈ, ਤਾਂ ਜੇ ਰੌਣੀ ਹੋਣੀ ਤਾਂ ਬਿਜਲੀ ਨਹੀਂ ਦਿੱਤੀ ਜਾ ਰਹੀ। ਔਰ ਸਾਡੇ ਮੁੱਖ ਮੰਤਰੀ ਜੀ ਦਾ ਉਹਦੇ ਤੇ ਬਿਆਨ ਹੀ ਨਾ ਹੋਣਾ, ਉਹਦੇ ਤੇ ਬੋਲਣਾ ਹੀ ਨਾ, ਉਹਦੇ ਤੇ ਚਿੰਤਾ ਹੀ ਨਾ ਜ਼ਾਹਰ ਕਰਨੀ, ਇਹ ਕੀ ਸੰਕੇਤ ਦਿੰਦੀ ਹੈ? ਕਿੰਨੇ ਕੁ ਸੀਰੀਅਸ ਹੋਣਗੇ ਸਾਡੇ ਕਿਸਾਨਾਂ ਪ੍ਰਤੀ? ਸਰ ਮੈਂ ਤੁਹਾਡੀ ਉਸ ਗੱਲ ਤੇ ਆਉਣਾ ਚਾਹੁੰਦਾ, ਤੁਸੀਂ ਗੱਲ ਬੋਨਸ ਦੀ ਕੀਤੀ, ਤਕਰੀਬਨ 20 ਦੇ ਲਗਭਗ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ, ਘੱਟ ਝਾੜ ਦੇ ਹੁਣ ਦੀ। ਸਭ ਤੋਂ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕੀਤੀਆਂ ਉਹ ਤਕਰੀਬਨ ਨੌਜਵਾਨ ਕਿਸਾਨ ਸੀ। ਇਲੈਕਸ਼ਨ ਜਿੱਤਣਾ ਸੀ ਨਾ, ਉਹਨਾਂ ਨੇ ਉੱਥੋਂ ਮੋਰਚਾ ਛੱਡ ਕੇ ਨਹੀਂ ਸੀ ਆਉਣਾ ਚਾਹੀਦਾ। ਅਸੀਂ ਐਮਐਸਪੀ ਦੇ ਮੁੱਦੇ ਤੇ ਲੱਤ ਲਾ ਕੇ ਮੋਰਚਾ ਲਾ ਕਾਇਮ ਰੱਖਦੇ, ਅਸੀਂ ਬਹਿੰਦੇ ਮੋਰਚੇ ਸਾਰੇ ਜਾਣੇ ਉੱਥੇ, ਉਹ ਸਾਡੀ ਜਥੇਬੰਦੀ ਤੇ ਇਲੈਕਸ਼ਨ ਲੜਨਾ ਹੀ ਨਹੀਂ। ਸਾਡੀ ਤਾਂ ਇੱਕ ਮਤਲਬ ਕਲੀਅਰ ਕੱਟ ਫੈਸਲਾ ਹੈ, ਜਿਨ੍ਹਾਂ ਵੀਰਾਂ ਨੇ ਵੀ ਲੜਨਾ ਸੀ ਨਾ ਉਹ ਰਹਿੰਦੇ ਤਾਂ ਮੋਰਚੇ 'ਚ ਹੀ, ਉੱਥੋਂ ਆਪਦੇ ਨਾਮਜ਼ਦਗੀ ਪੇਪਰ ਭਰ ਦਿੰਦੇ। ਮੈਂ ਦਾਅਵੇ ਨਾਲ ਗੱਲ ਕਰਦਾ, ਲੋਕਾਂ ਨੇ ਘਰੇ ਬੈਠਣ ਨੂੰ ਦਿੱਤਾ ਤੇ ਮੋਰਚੇ 'ਚ ਬੈਠਣ ਨੂੰ। ਜਿਹੜਾ ਸਾਹਿਬ ਬੜਾ ਕਿਸਾਨੀ ਅੰਦੋਲਨ ਤੋਂ ਪੈਸੇ ਨੂੰ ਲੈ ਕੇ ਵੀ ਬੜੇ ਵਖਰੇਵੇਂ ਖੜੇ ਹੋਏ ਸੀ, ਕਿੰਨਾ ਪੈਸਾ ਇਕੱਠਾ ਹੋਇਆ ਸੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਓਪੀਨੀਅਨ ਜਾਨੀ ਕਿ ਲੋਕ ਰਾਏ ਟੀਵੀ। ਮੈਂ ਹਾਂ ਪਰਮਿੰਦਰ ਸਿੰਘ। ਪ੍ਰੋਗਰਾਮ ਵਿਚਾਰ ਤਕਰਾਰ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ, ਜਿੱਥੇ ਹਰੇਕ ਵਾਰ ਅਸੀਂ ਰਾਜਨੀਤਿਕ ਲੀਡਰਾਂ ਦੇ ਨਾਲ ਤੁਹਾਡੇ ਨਾਲ ਮਿਲਾਉਂਦੇ ਹਾਂ, ਤੇ ਉਸ ਵਿਸ਼ੇ ਨੂੰ ਲੈ ਕੇ ਅੱਜ ਅਸੀਂ
ਜ਼ਿਲ੍ਹਾ ਫਰੀਦਕੋਟ ਵਿਖੇ ਪਹੁੰਚਿਆ। ਅੱਜ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਬਾਰੇ, ਅੱਜ ਗੱਲਬਾਤ ਕਰਾਂਗੇ ਕਿਸਾਨੀ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਮੌਜੂਦ ਰਹਿਣਗੇ। ਡੱਲੇਵਾਲਾ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਡੱਲੇਵਾਲਾ ਸਾਹਿਬ ਪਹਿਲਾਂ ਧੰਨਵਾਦ ਸਾਨੂੰ ਸਮਾਂ ਦੇਣ ਲਈ, ਕਿਉਂਕਿ ਤੁਹਾਡਾ ਵੀ ਬਿਜੀ ਸ਼ਡਿਊਲ ਹੈ, ਸਾਨੂੰ ਸਮਾਂ ਤੁਸੀਂ ਦਿੱਤਾ। ਚਲੋ ਇਹ ਸਮਾਂ ਤਾਂ ਆਪਣਾ ਸਾਰਿਆਂ ਦਾ ਸਾਂਝਾ ਹੀ ਹੈ, ਸਮੇਂ ਦੀ ਐਸੀ ਨਹੀਂ ਗੱਲ। ਤੁਹਾਡਾ ਮੈਂ ਤਾਂ ਧੰਨਵਾਦ ਤੁਹਾਡਾ ਕਰੂੰਗਾ ਕਿ ਤੁਸੀਂ ਸਾਨੂੰ ਆਪਦੇ ਮਾਧਿਅਮ ਦੇ ਰਾਹੀਂ, ਇਸ ਪਲੇਟਫਾਰਮ ਦੇ ਰਾਹੀਂ ਲੋਕਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੋ, ਲੋਕਾਂ ਦੇ ਸਾਡਾ ਸੁਨੇਹਾ ਜਾ ਰਿਹਾ। ਅੱਛੀ ਗੱਲ ਤਾਂ ਤੁਹਾਡੀ, ਧੰਨਵਾਦ ਤਾਂ ਤੁਹਾਡਾ ਕਰਨਾ ਚਾਹੀਦਾ। ਪਹਿਲਾਂ ਮੇਰਾ ਸਵਾਲ ਇਹ ਹੈ ਵੀ ਕਿਸਾਨੀ ਅੰਦੋਲਨ ਵੀ ਤੁਸੀਂ ਵੇਖਿਆ, ਜ਼ਿੰਦਗੀ ਦੇ ਵਿੱਚ ਸਟਾਰਟਿੰਗ ਕਰਨ ਤੋਂ ਪਹਿਲਾਂ ਜ਼ਿੰਦਗੀ ਬਾਰੇ ਤੁਹਾਡੇ ਨਾਲ ਜਾਣਨਾ ਚਾਹਣਾ, ਹੋਰ ਕਿਹੜੀਆਂ ਮੂਵਮੈਂਟਾਂ ਦੇ ਤੁਸੀਂ ਹਿੱਸੇ ਰਹਿ ਚੁੱਕੇ ਹੋ? ਦੇਖੋ, ਜਦੋਂ ਮੈਂ ਪੜ੍ਹਦਾ ਸੀ ਜੀ, ਸਭ ਤੋਂ ਪਹਿਲਾਂ ਅਸੀਂ ਗੋਲੇ ਵਾਲਾ ਸਕੂਲ ਦੇ ਵਿੱਚੋਂ ਮੈਂ ਮੈਟ੍ਰਿਕ ਕੀਤੀ। ਇਸ ਤੋਂ ਬਾਅਦ ਅਸੀਂ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਦਾਖਲਾ ਲਿਆ। ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਦਾਖਲਾ ਲੈਂਦਿਆਂ ਇੱਥੇ ਇੱਕ ਮੂਵਮੈਂਟ ਚੱਲਦੀ ਹੁੰਦੀ ਸੀਗੀ, ਰੇਲਵੇ ਸਟੇਸ਼ਨ ਬਣਾਉਣਾ ਸੀ ਅਸੀਂ, ਕਿਉਂਕਿ ਜਿਹੜੇ ਸਾਡੇ ਬਾਹਰ ਤੋਂ ਜੈਤੋ ਵਗੈਰਾ ਤੋਂ ਵਿਦਿਆਰਥੀ ਆਉਂਦੇ ਸੀ, ਉਹ ਇਹਦੇ ਵਿੱਚ ਮਤਲਬ ਇਹਨਾਂ ਨੂੰ ਬੱਸਾਂ ਦੇ ਰਾਹੀਂ, ਰੇਲ ਦਾ ਬਿਲਕੁਲ ਕਿਰਾਇਆ ਥੋੜ੍ਹਾ ਸੀ, ਬੱਸਾਂ ਦਾ ਕਿਰਾਇਆ ਜ਼ਿਆਦਾ ਹੁੰਦਾ ਸੀ। ਉਸ ਵੇਲੇ ਪਾਸ ਦੀ ਵਿਵਸਥਾ ਵੀ ਨਹੀਂ ਸੀ ਹੁੰਦੀ, ਇਸ ਕਰਕੇ ਸਾਡੇ ਉਹ ਸਟੂਡੈਂਟ ਜਿਹੜੇ ਔਖੇ ਹੁੰਦੇ ਸੀ। ਅਤੇ ਅਸੀਂ ਉੱਥੇ ਰੇਲ ਦਾ ਇੱਕ ਸਟੇਸ਼ਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਹ ਮੇਰੇ ਤੋਂ ਪਹਿਲੇ ਜਿਹੜੇ ਲੜਕੇ ਸੀ ਸਾਥੀ, ਇਹ ਉਹਨਾਂ ਦੀ ਸ਼ੁਰੂ ਕੀਤੀ ਵੀ, ਜਿਹਦੇ ਵਿੱਚ ਅਸੀਂ ਜਾ ਕੇ ਉਹਨਾਂ ਦਾ ਸਹਿਯੋਗ ਦੇਣਾ ਸ਼ੁਰੂ ਕੀਤਾ। ਔਰ ਉਹਦੇ 'ਚ ਕਾਫੀ ਕੁਛ ਹੋਇਆ। ਕਈ ਵਾਰੀ ਜੇਲ੍ਹ ਤੱਕ ਤਾਂ ਨਹੀਂ, ਖੈਰ ਥਾਣੇ ਥੂਣੇ ਤੱਕ ਸਾਨੂੰ ਮਤਲਬ ਫੜਿਆ ਵੀ ਗਿਆ ਵੀ ਅੱਜ ਇਹ ਰੇਲ ਰੋਕਦੇ ਨੇ। ਲੇਕਿਨ ਅਸੀਂ ਅਖੀਰ ਆਫਟਰ ਆਲ ਫੈਸਲਾ ਇਹ ਹੋਇਆ, ਭਾਵੇਂ 4-5 ਵਾਰੀ ਸਾਡਾ ਉਹ ਕੇਸ ਵਾਪਸ ਮੁੜਿਆ, ਇਹ ਕਹਿ ਕੇ ਕੇਂਦਰ ਵੱਲੋਂ ਮੋੜ ਦਿੱਤਾ ਜਾਂਦਾ ਸੀਗਾ ਕਿ ਰੇਲਵੇ ਸਟੇਸ਼ਨ ਦੇ ਦੂਸਰਾ ਰੇਲਵੇ ਸਟੇਸ਼ਨ ਬਹੁਤ ਨੇੜੇ ਹੈ, ਇਹਨਾਂ ਦਾ ਡਿਸਟੈਂਸ ਥੋੜ੍ਹਾ ਹੈ, ਇਸ ਕਰਕੇ ਇੱਥੇ ਬਣ ਨਹੀਂ ਸਕਦਾ। ਲੇਕਿਨ ਉਹ ਵਾਹਿਗੁਰੂ ਦੀ ਕਿਰਪਾ ਹੋਈ, ਹੌਲੀ ਹੌਲੀ ਲੜਦੇ ਰਹੇ, ਜਿਹਦੇ ਤੋਂ ਇੱਕ ਸਿੱਖਿਆ ਵੀ ਹੈ ਕਿ ਤੁਸੀਂ ਅਗਰ ਆਪਦੀ ਦਿਲ ਦੀ ਇਰਾਦੇ ਨਾਲ ਲੜਦੇ ਜਾਓਗੇ ਤਾਂ ਫਿਰ ਮਤਲਬ ਜਿਹੜੀ ਸਫਲਤਾ ਇੱਕ ਨਾ ਇੱਕ ਦਿਨ ਮਤਲਬ ਮਿਲੇਗੀ। ਉਹ ਅਸੀਂ 5-6 ਵਾਰ ਰਿਜੈਕਟ ਹੋਣ ਤੋਂ ਬਾਅਦ ਅਖੀਰ ਅਸੀਂ ਰੇਲਵੇ ਸਟੇਸ਼ਨ ਬਣਾ ਗਏ। ਉਹ ਰੇਲਵੇ ਸਟੇਸ਼ਨ ਬੰਦ ਚੱਲਦਾ ਰਿਹਾ। ਮਤਲਬ ਇਹ ਸਾਡੀ ਪਹਿਲੀ ਮਤਲਬ ਮੂਵਮੈਂਟ ਸੀ, ਜਦੋਂ ਅੰਦੋਲਨ ਦੇ ਵਿੱਚ ਅਸੀਂ ਇਹਦੇ ਵਿੱਚ ਅੰਦੋਲਨਾਂ ਦੇ ਵਿੱਚ ਅਸੀਂ ਪੈਰ ਧਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਤੇ ਫਿਰ ਬਹੁਤ ਸਾਰੀਆਂ ਸਟੂਡੈਂਟ ਯੂਨੀਅਨਾਂ ਦੇ ਵਿੱਚ ਵੀ ਰਹੇ। ਇੱਕ ਕਿਸਾਨ ਜਥੇਬੰਦੀ ਦੇ ਤੌਰ ਦੇ ਉੱਤੇ, ਜਦੋਂ ਮੈਂ ਤਾਂ ਭਾਵੇਂ ਉਦੋਂ ਸਟੂਡੈਂਟ ਹੀ ਸੀ, ਜਦੋਂ 1900 ਮੇਰਾ ਖਿਆਲ 83 ਦੀ ਗੱਲ ਹੈ, ਦਰਬਾਰਾ ਸਿੰਘ ਦੀ ਸਰਕਾਰ ਹੁੰਦੀ ਸੀ, ਉਦੋਂ ਉਸ ਵੇਲੇ ਦੁੱਧ ਦੀ ਮੂਵਮੈਂਟ ਚੱਲੀ ਪੂਰੇ ਪੰਜਾਬ 'ਚ। ਤੇ ਦਰਬਾਰਾ ਸਿੰਘ ਨੇ ਆਉਣਾ ਸੀ ਸਾਡੇ ਨੇੜੇ ਇੱਥੇ ਫਿਰੋਜ਼ਪੁਰ ਜੀ, ਹੁਸੈਨੀ ਵਾਲਾ ਬਾਰਡਰ ਤੇ, ਸਰਦਾਰ ਉਦਮ ਸਿੰਘ ਭਗਤ ਸਿੰਘ ਹੋਰਾਂ ਦੀ ਸਮਾਧ ਤੇ। ਇੱਥੇ ਫਿਰ ਇੱਕ ਡਿਊਟੀਆਂ ਲੱਗ ਜਾਂਦੀਆਂ ਸੀਗੀਆਂ, ਸਟੂਡੈਂਟ ਹੋਣ ਦੇ ਨਾਤੇ ਕੁਝ ਨੌਜਵਾਨ ਵੀ ਸੀਗੇ। ਉਸ ਵੇਲੇ ਇੱਥੇ ਉਹਨਾਂ ਦਾ ਵਿਰੋਧ ਕਰਨਾ ਸੀ। ਉੱਥੇ ਪਤਾ ਨਹੀਂ ਕਿਸ ਬੰਦੇ ਨੇ ਕਿਵੇਂ ਕਰਕੇ ਕੋਈ ਇੱਕ ਜੁੱਤੀ ਚਲਾਤੀ ਮੁੱਖ ਮੰਤਰੀ ਵੱਲ ਨੂੰ, ਦਰਬਾਰਾ ਸਿੰਘ ਵੱਲ ਨੂੰ। ਮੇਰਾ ਖਿਆਲ ਹੈ ਪਹਿਲੀ ਵਾਰੀ ਜੁੱਤੀ ਚਲਾਉਣ ਦਾ ਕੰਮ ਜੇ ਪੰਜਾਬ 'ਚ ਤਾਂ ਚੱਲਿਆ ਹੋਇਆ ਤਾਂ ਉੱਥੇ ਚੱਲਿਆ ਹੋਊਗਾ। ਉਦੋਂ ਤੁਸੀਂ ਉਸ ਮੂਵਮੈਂਟ ਦੇ ਵਿੱਚ ਸੀ? ਅਸੀਂ ਉਹਦੇ ਵਿੱਚ ਸੀਗੇ। ਜਦੋਂ ਉੱਥੇ ਉਹ ਸਾਰਾ ਕੁਝ ਹੋਇਆ, ਲਾਠੀ ਚਾਰਜ ਹੋਣਾ ਸੀ, ਸੁਭਾਵਿਕ ਹੈ। ਲਾਠੀ ਚਾਰਜ ਹੋਇਆ, ਬਹੁਤ ਲੋਕ ਕੁੱਟੇ ਗਏ। ਜਿਹੜੇ ਹੁਣ ਸਾਡੇ ਵਰਗੇ ਨੌਜਵਾਨ ਸੀ, ਉਮਰ ਦਾ ਫਰਕ ਸੀਗਾ, ਅਸੀਂ ਤਾਂ ਛਾਲਾਂ ਮਾਰ ਕੇ ਮਤਲਬ ਪਾਸੇ ਨਿਕਲ ਗਏ ਸੀ, ਤਾਂ ਪੁਲਿਸ ਦੇ ਹੱਥ ਨਹੀਂ ਆਏ। ਲੇਕਿਨ ਉਸ ਤੋਂ ਬਾਅਦ ਜਿਹੜਾ ਮੈਂ ਆਪਦੀ ਅੱਖੀਂ ਦ੍ਰਿਸ਼ ਵੇਖਿਆ, ਜਿਹਨੇ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਮੋੜ ਲੈ ਕੇ ਆਂਦਾ, ਕਿ ਮੈਂ ਮਤਲਬ ਆ ਕੇ ਜਿੱਥੇ ਸਤਲੁਜ ਦਾ ਪੁਲ ਹੈ, ਜਿੱਥੋਂ ਜਾਈਦਾ ਹੈ ਭਗਤ ਸਿੰਘ ਹੋਰਾਂ ਦੀ ਸਮਾਧ ਨੂੰ ਲੰਘ ਕੇ ਪੁਲ ਦੇ ਉੱਤੋਂ ਦੀ, ਮੈਂ ਉੱਥੇ ਖੜਾ ਸੀ। ਮੇਰੇ ਕੋਲ ਦੀ ਮਤਲਬ ਬਜ਼ੁਰਗਾਂ ਨੂੰ, ਜਿਨ੍ਹਾਂ ਦੀਆਂ ਬਾਹਾਂ ਟੁੱਟ ਗਈਆਂ, ਕਿਸੇ ਦੇ ਸਿਰ ਪਾਟਿਆ, ਕਿਸੇ ਦੀਆਂ ਲੱਤਾਂ ਟੁੱਟੀਆਂ, ਜੁੱਤੀਆਂ ਵਿਚਾਰਿਆਂ ਦੀਆਂ ਪਤਾ ਨਹੀਂ ਕਿੱਥੇ ਕਿੱਥੇ ਰਹਿ ਗਈਆਂ, ਮੈਂ ਆਪਦੇ ਅੱਖੀਂ ਮਤਲਬ ਸਾਰਾ ਉਹ ਦ੍ਰਿਸ਼ ਵੇਖਿਆ। ਤਾਂ ਮੇਰੇ ਮਨ ਨੂੰ ਆਏ, ਉੱਥੇ ਲੱਗੀ ਗੱਲ ਕਿ ਯਾਰ ਦੁੱਧ ਦਾ ਰੇਟ ਤਾਂ ਮਿਲਿਆ ਨਹੀਂ, ਲੇਕਿਨ ਇਹ ਜ਼ਰੂਰ ਕਰ ਲਿਆ ਵੀ ਅਸੀਂ ਆਪਦੇ ਬਜ਼ੁਰਗਾਂ ਦੀਆਂ ਪੱਗਾਂ ਲਹਾਤੀਆਂ, ਇਹਨਾਂ ਦੇ ਸਿਰ ਪੜਵਾਤੇ, ਇਹਨਾਂ ਦੀਆਂ ਵਿਚਾਰਿਆਂ ਦੀਆਂ ਲੱਤਾਂ ਟੁੱਟ ਗਈਆਂ, ਬਾਹਾਂ ਟੁੱਟ ਗਈਆਂ, ਚੱਕ ਕੇ ਬੰਦੇ ਲਈ ਜਾਂਦੇ ਉਹਨਾਂ ਨੂੰ। ਪੁਲਿਸ ਹਜੇ ਵੀ ਮਤਲਬ ਲੋਕਾਂ ਨੂੰ ਕੁੱਟ ਰਹੀ ਹੈ। 4 ਆਦਮੀ ਇੱਕ ਆਦਮੀ ਨੂੰ ਚੱਕ ਕੇ ਲਈ ਜਾਂਦੇ ਆ, ਪੁਲਿਸ ਹਜੇ ਵੀ ਲੋਕਾਂ ਦੇ ਉੱਤੇ ਮਤਲਬ ਡਾਂਗਾ ਮਾਰ ਰਹੀ ਹੈ। ਭਾਵ ਵੀ ਤੁਸੀਂ ਜੇ ਇਹਨਾਂ ਨੂੰ ਸੰਭਾਲਦੇ ਹੋ ਤਾਂ ਸੰਭਾਲਣ ਦੀ ਵੀ ਮੌਕਾ ਨਹੀਂ ਦਿੱਤਾ ਜਾ ਰਿਹਾ। ਤਾਂ ਵੀ ਇਹ ਹਾਲਾਤ ਜਿਹੜੇ ਪੈਦਾ ਕਰੇ, ਇਹ ਕੁਝ ਬੰਦਿਆਂ ਨੇ ਜਿਹੜੇ ਕੀਤੇ, ਮੈਨੂੰ ਲੱਗਿਆ ਉਸ ਵੇਲੇ ਮਹਿਸੂਸ ਹੋਇਆ ਵੀ ਗਲਤ ਕੀਤੇ ਨੇ। ਅਜਿਹੀ ਮੂਵਮੈਂਟ ਕਰਨੀ ਵਾਜਬ ਨਹੀਂ, ਨਾਅਰੇ ਲੱਗ ਜਾਂਦੇ ਬੈਟਰ ਗੱਲ ਸੀਗੀ, ਜਿਹੜਾ ਕਰਨਾ ਚਾਹੀਦਾ ਸੀ।
ਤੇ ਜਿਹਦੇ ਉਸ ਗੱਲ ਤੋਂ ਅਸੀਂ ਸਮਝਿਆ ਕਿ ਹਮੇਸ਼ਾ ਮੂਵਮੈਂਟ ਉਹ ਸਫਲ ਹੁੰਦੀ ਹੈ ਜਿਹੜੀ ਮਤਲਬ ਪੀਸਫੁਲੀ ਹੋਵੇ। ਅਗਰ ਜਿਹੜੀ ਮੂਵਮੈਂਟ ਦੇ ਵਿੱਚ ਉਗਰਤਾ ਆ ਜਾਏਗੀ, ਜਿਹੜੀ ਮੂਵਮੈਂਟ ਦੇ ਵਿੱਚ ਡੰਡਾ ਸੋਟਾ ਚੱਲ ਜਾਏਗਾ, ਉਹ ਮੂਵਮੈਂਟ ਫਿਰ ਸਰਕਾਰ ਨੂੰ ਦਬਾਉਣੀ ਫੜਨੀ ਬੜੀ ਸੌਖੀ ਹੋ ਜਾਂਦੀ ਹੈ। ਔਰ ਉਹਦੇ ਤੋਂ ਉਹ ਚੱਲਿਆ ਸਾਰਾ ਕੁਝ ਅਸੀਂ ਦੇਖਿਆ। ਫਿਰ ਰੀਗਲ ਸਿਨੇਮੇ ਵਾਲਾ ਵੀ ਮਤਲਬ ਚੱਲਦਾ ਰਿਹਾ। ਅੱਛਾ, ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਉਹ ਸਾਰੀਆਂ ਮੂਵਮੈਂਟਾਂ ਦੇ ਵਿੱਚ ਦੀ ਲੰਘਦੇ ਸਾਡੇ ਪਿੰਡ 'ਚ ਸਭ ਤੋਂ ਪਹਿਲਾਂ ਮਤਲਬ ਇੱਥੇ ਪਿੰਡ ਪੱਧਰ ਦੀ ਇੱਕ ਕਮੇਟੀ ਬਣੀ ਕਿਸਾਨ ਯੂਨੀਅਨ ਦੀ, ਸਰਦਾਰ ਅਜਮੇਰ ਸਿੰਘ ਲੱਖੋਵਾਲ ਹੋਰਾਂ ਦੀ। ਉਸ ਵੇਲੇ ਮੇਰੇ ਵੱਡੇ ਭਾਈ ਸਾਹਿਬ ਰਣਜੀਤ ਸਿੰਘ, ਉਹਨਾਂ ਨੇ ਪਿੰਡ ਇਕਾਈ ਨੇ ਖਜ਼ਾਨਚੀ ਨਿਯੁਕਤ ਕਰ ਲਿਆ। ਉਹਨਾਂ ਜ਼ਮਾਨਿਆਂ ਦੇ ਵਿੱਚ 1700 ਰੁਪਈਆ ਪਿੰਡ 'ਚੋਂ ਇਕੱਠਾ ਹੋਇਆ ਤੇ ਉਹਨੂੰ ਉਹਨਾਂ ਨੇ ਫੜਾਤਾ। ਉਹਨੇ ਘਰੇ ਲੈ ਆਂਦੇ ਰੁਪਈਏ, ਉਹ ਤਾਂ ਸੁਭਾਵਿਕ ਹੈ ਕਿ ਰੱਖਣੇ ਹੀ ਸੀ ਕਿਤੇ ਨਾ ਕਿਤੇ। ਤਾਂ ਉਹ ਸਾਡੇ ਫਾਦਰ ਸਾਹਿਬ ਇਹਨਾਂ ਦੇ ਬੜੇ ਖਿਲਾਫ ਸੀ ਇਹਨਾਂ ਗੱਲਾਂ ਦੇ ਕਿ ਪਿੰਡ ਦਾ ਸਾਂਝਾ ਪੈਸਾ ਘਰੇ ਨਹੀਂ ਆਉਣਾ ਚਾਹੀਦਾ। ਉਹ ਬੜੇ ਨਾਰਾਜ਼ ਹੋਏ ਸਾਡੇ ਨਾਲ, ਉਹਦੇ ਨਾਲ ਤਾਂ ਬਹੁਤ ਨਾਰਾਜ਼ ਹੋਏ ਭਾਈ ਸਾਹਿਬ ਨਾਲ, ਤਾਂ ਵੀ ਤੂੰ ਹਿਸਾਬ ਰੱਖ ਸਕਦਾ ਹੈ, ਕੱਲ ਨੂੰ 2 ਰੁਪਈਆਂ ਦਾ ਵਾਧਾ ਘਾਟਾ ਹੋ ਗਿਆ, ਘਰ ਦੀ ਬਦਨਾਮੀ ਕਰਾਏਗਾ, ਤੂੰ ਪਰਿਵਾਰ ਦੀ ਬਦਨਾਮੀ ਕਰਾਏਗਾ। ਇਹ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਵੇਲੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਉਦੋਂ ਪੜ੍ਹਦਾ ਸੀਗਾ, ਮੈਂ ਉਹਨੂੰ ਕਿਹਾ ਬਾਪੂ ਤੁਸੀਂ ਇਹਨਾਂ ਨਾਲ ਲੜੋ ਨਾ, ਹੁਣ ਇਹ ਜਿਹੜਾ ਕੁਝ ਕਰਿਆ ਇਹਦਾ ਲੇਖਾ ਜੋਖਾ ਮੇਰੇ ਜੁੰਮੇ ਛੱਡੋ, ਹਿਸਾਬ ਕਿਤਾਬ ਮੈਂ ਕਰਕੇ ਦੇਵਾਂਗਾ। ਉਹ ਪੈਸੇ ਜਿੱਥੇ ਜਾਣੇ ਉਹਦੇ ਕੋਲੋਂ ਇਮਾਨਦਾਰੀ ਤਾਂ ਸੀਗੀ ਪਰਿਵਾਰ 'ਚ ਮਹਾਰਾਜ ਦੇ ਹੁਕਮ ਨਾਲ, ਉਹਨੇ ਜਿੱਥੇ ਲੈ ਕੇ ਜਾਣੇ ਉਹਨੇ ਦੱਸਣਾ ਵੀ ਮੈਂ ਇੰਨੇ ਰੁਪਈਏ ਇੱਥੇ ਲਾਇਆ ਆ, ਤੇ ਮੈਂ ਸਾਰੇ ਦੇ ਸਾਰੇ ਰੁਪਈਏ ਉਹਦੇ ਲਿਖਦੇ ਰਹੇ, ਨੋਟ ਕਰ ਦੇਣੇ। ਉਹ ਮੇਰੇ ਕੋਲ ਹਜੇ ਵੀ ਹਿਸਾਬ ਕਿਤਾਬ ਪਿਆ ਹੋਊਗਾ ਇੱਥੇ ਕਿਤੇ ਨਾ ਕਿਤੇ, ਫਰੋਲਣਾ ਹੋਵੇ ਤਾਂ। ਉਹ ਮੈਂ ਸਾਰਾ ਇਹਨਾਂ ਦਾ ਕਰਦਾ ਰਿਹਾ। ਜਦੋਂ ਮੈਂ ਉਹ ਸਾਰਾ ਹਿਸਾਬ ਕੀਤਾ ਤੇ ਉਹ ਹਿਸਾਬ ਲਾਸਟ ਦੇ ਉੱਤੇ ਜਦੋਂ ਸਾਲ ਟਰਮ ਪੂਰੀ ਹੋ ਗਈ ਤੇ ਅੱਗੇ ਚੋਣਾਂ ਹੋਣੀਆਂ ਸੀ, ਡੈਲੀਗੇਟ ਇਜਲਾਸ ਹੋਣਾ ਸੀ, ਉਹਦੇ ਵਿੱਚ ਹਿਸਾਬ ਦੇਣਾ ਸੀ। ਅਸੀਂ ਉਹਦੇ ਵਿੱਚ ਹਿਸਾਬ ਦਿੱਤਾ। ਜਿਸ ਵੇਲੇ ਜਿਹੜਾ ਮੈਂ ਹਿਸਾਬ ਬਣਾ ਕੇ ਲਿਜਾ ਕੇ ਦਿੱਤਾ ਤਾਂ ਉਹਨਾਂ ਨੂੰ ਐਂ ਲੱਗੀ ਗੱਲ ਸਾਰਿਆਂ ਨੂੰ ਕਿ ਯਾਰ ਮਤਲਬ ਸਭ ਤੋਂ ਜੇ ਵਧੀਆ ਹਿਸਾਬ ਦਿੱਤਾ ਤੇ ਇਹਨਾਂ ਨੇ ਦਿੱਤਾ ਹੈ। ਉੱਥੋਂ ਮੈਨੂੰ ਲੋਕਾਂ ਨੇ ਫਿਰ ਮਤਲਬ ਜ਼ਬਰਦਸਤੀ ਇਹ ਕਹਿ ਕੇ ਵੀ ਨਹੀਂ ਤੁਸੀਂ ਮਤਲਬ ਬਲਾਕ ਦੀ ਜ਼ਿੰਮੇਵਾਰੀ ਚੱਕੋ, ਤੁਹਾਨੂੰ ਬਲਾਕ ਦਾ ਪ੍ਰਧਾਨ ਬਣਾਉਣੇ ਆ। ਸਾਡਾ ਸਾਧਕ ਬਲਾਕ ਉਸ ਵੇਲੇ ਬਣਿਆ। ਪਹਿਲਾ ਬਲਾਕ ਰਿਕਾਰਡ ਦੇ ਵਿੱਚ ਸਾਡਾ ਬਲਾਕ ਅੱਜ ਵੀ ਨਹੀਂਗਾ, ਉਹ ਅਸੀਂ ਜਥੇਬੰਦਕ ਢਾਂਚੇ ਅਨੁਸਾਰ ਬਲਾਕ ਬਣਾਇਆ ਹੋਇਆ ਹੈ। ਸਭ ਤੋਂ ਪਹਿਲਾਂ ਫਿਰ ਮੈਂ ਸਾਧਕ ਬਲਾਕ ਦੀ ਉਹਨਾਂ ਨੇ ਮੈਨੂੰ ਲੋਕਾਂ ਨੇ ਪ੍ਰਧਾਨਗੀ ਦਾ ਮੌਕਾ ਦਿੱਤਾ। ਡੱਲੇਵਾਲ ਸਾਹਿਬ ਜੇਲ੍ਹ ਕਿੰਨੇ ਕੁ ਵਾਰੀ ਗਏ? ਦੇਖੋ ਜੇਲ੍ਹ ਤਾਂ ਮੈਨੂੰ ਐਂ ਲੱਗਦਾ ਕਈ ਵਾਰੀ ਜਾਏ ਆ ਅਸੀਂ। ਸ਼ੁਰੂ ਦੇ ਵਿੱਚ ਇੱਕ ਵਾਰੀ ਤਪੇ ਹੋ ਗਿਆ ਸੀਗਾ, ਪੰਗਾ ਪੈ ਗਿਆ ਸੀਗਾ ਇਹਨਾਂ ਦਾ ਰੁਲਦੂ ਮਾਨਸਾ ਹੋਰਿਆਂ ਦਾ। ਅਸੀਂ ਉਧਰ ਨੂੰ ਜਾਣਾ ਸੀ, ਉਦੋਂ ਸਾਨੂੰ ਮਤਲਬ ਫਰੀਦਕੋਟ ਰੇਲਵੇ ਸਟੇਸ਼ਨ ਤੋਂ ਫੜ ਕੇ ਸਾਰੇ ਦੇ ਸਾਰਿਆਂ ਨੂੰ ਮਤਲਬ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਕਿੰਨਾ ਟਾਈਮ ਜੇਲ੍ਹ 'ਚ ਲੈ ਕੇ ਆਉਂਦੇ? ਅਸੀਂ ਲਗਭਗ 15 ਦਿਨ, 1-2-3 ਵਾਰੀ ਤਾਂ 15 ਦਿਨ ਲਾ ਕੇ ਆਏ ਆ। ਕਈ ਵਾਰੀ ਮਤਲਬ ਇੱਥੋਂ ਤੱਕ ਵੀ ਹੋਇਆ ਵੀ ਹਫ਼ਤੇ ਬਾਅਦ ਵੀ ਛੱਡਿਆ ਸਰਕਾਰ। ਪਰਿਵਾਰ ਦੇ ਵਿੱਚ ਫਿਰ ਇਹ ਨਹੀਂ ਆ ਵੀ ਕਿੱਧਰੋਂ ਤੁਸੀਂ ਪਰਿਵਾਰ ਦਾ ਸਹਿਯੋਗ ਕਿਸ ਤਰ੍ਹਾਂ ਰਿਹਾ? ਕਿਉਂਕਿ ਬੱਚੇ ਛੋਟੇ ਹੁੰਦੇ ਨੇ, ਅਕਸਰ ਪਰਿਵਾਰਾਂ ਦੇ ਵਿੱਚ ਹੁੰਦਾ ਵੀ ਤੂੰ ਕਿੱਧਰੇ ਪੰਗਿਆਂ ਦੇ ਵਿੱਚ ਪੈ ਗਿਆ। ਨਹੀਂ, ਮੈਨੂੰ ਪਰਿਵਾਰ ਨੇ ਨਹੀਂ ਮਤਲਬ ਇਸ ਗੱਲ ਤੋਂ ਕੋਈ ਮਤਲਬ ਇਹ ਨਹੀਂ ਕੀਤਾਗਾ, ਕੋਈ ਅੜਚਨ ਨਹੀਂ ਪੈਦਾ ਕੀਤੀ। ਪਰਿਵਾਰ ਮੇਰਾ ਸਾਥ ਦਿੰਦਾ। ਘਰੋਂ ਕਿੰਨਾ ਸਹਿਯੋਗ ਮਿਲਦਾ ਰਿਹਾ? ਘਰੋਂ ਬਹੁਤ ਸਹਿਯੋਗ ਮਿਲਿਆ। ਪਹਿਲਾਂ ਤਾਂ ਇਹ ਸੀ ਗੱਲ ਕਿ ਸਾਡੇ ਫਾਦਰ ਸਾਹਿਬ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਦੱਸੀ ਹੈ ਕਿ ਉਹ ਬਾਹਰ ਦਾ ਪੈਸਾ ਘਰੇ ਨਹੀਂ ਸੀ ਆਉਣ ਦੇਣਾ ਚਾਹੁੰਦੇ। ਉਹਨਾਂ ਦਾ ਸੁਭਾਅ ਸੀ ਇੱਕ, ਉਹਦੇ ਤੋਂ ਤਾਂ ਉਹ ਨਾਰਾਜ਼ ਹੁੰਦੇ ਸੀਗੇ। ਲੇਕਿਨ ਬਾਅਦ ਦੇ ਵਿੱਚ ਜਦੋਂ ਮੈਂ ਬਤੌਰ ਆਗੂ ਕੰਮ ਕਰਨਾ ਸ਼ੁਰੂ ਕੀਤਾ ਫਿਰ ਉਹ ਵੀ ਮਤਲਬ ਸੈਟੀਸਫਾਈਡ ਸੀਗੇ। ਘਰ ਵਾਲੀ ਦੇ ਵਿੱਚ ਸਪੋਰਟ ਮਿਲਦੀ? ਨਹੀਂ, ਘਰ ਵਾਲੀ ਵੱਲੋਂ ਮੈਨੂੰ ਅੱਜ ਤੱਕ ਮੇਰੀ ਵਾਈਫ ਵੱਲੋਂ ਜਾਂ ਮੇਰਾ ਬੇਟਾ ਹੈ, ਇਹਨਾਂ ਵੱਲੋਂ ਕਦੇ ਵੀ ਕਿਸੇ ਕਿਸਮ ਦਾ, ਮੇਰੀ ਨੂੰਹ ਹੈ, ਇਹਨਾਂ ਵੱਲੋਂ ਸਗੋਂ ਮੈਨੂੰ ਮਤਲਬ ਸਪੋਰਟ ਹੀ ਮਿਲਦੀ ਹੈ। ਕੋਈ ਕਿਸੇ ਕਿਸਮ ਦਾ ਮਤਲਬ ਉਹ ਨਹੀਂ ਹੈ। ਮੈਂ ਤੈਨੂੰ ਆਪਦੀ ਨੂੰਹ ਦੀ ਗੱਲ ਦੱਸ ਦਿੰਦਾ। ਮੈਂ ਪਹਿਲੀ ਵਾਰੀ ਅਸੀਂ ਜਦੋਂ ਅੰਨਾ ਹਜ਼ਾਰੇ ਨੇ 2018 ਦੇ ਵਿੱਚ ਮਰਨ ਵਰਤ ਕੀਤਾ, ਅਸੀਂ ਉਦੋਂ C2+50 ਨਾਲ ਭਾਅ ਲੈਣਾ ਤੇ ਕਿਸਾਨੀ ਕਰਜ਼ੇ ਦੀ ਮੁਕਤੀ, ਦੋਨਾਂ ਗੱਲਾਂ ਨੂੰ ਲੈ ਕੇ ਅਸੀਂ ਮਤਲਬ ਅੰਦੋਲਨ ਸ਼ੁਰੂ ਕੀਤਾ ਸੀਗਾ। ਦਿੱਲੀ ਵੱਲ ਨੂੰ ਜਾਣਾ ਸੀ, ਜਿਹਦੇ 'ਚ ਅਸੀਂ ਚੀਮਾ ਮੰਡੀ ਵੀ ਬੈਠੇ ਰਹੇ ਕਾਫੀ ਸਮਾਂ ਸੀ ਉੱਥੇ। ਫਿਰ ਅਸੀਂ ਦਿੱਲੀ ਪਹੁੰਚਣਾ ਸੀਗਾ ਤੇ ਅੰਨਾ ਹਜ਼ਾਰੇ ਨੇ 23 ਮਾਰਚ ਨੂੰ ਅਨਸ਼ਨ ਕਰਨ ਦਾ, ਮਰਨ ਵਰਤੇ ਬੈਠਣ ਦਾ ਐਲਾਨ ਕਰਤਾ। ਸਾਨੂੰ ਕਈ ਤਰ੍ਹਾਂ ਦੀਆਂ ਮਤਲਬ ਦਿਮਾਗ ਦੇ ਵਿੱਚ ਜਥੇਬੰਦੀ ਨੇ ਵਿਚਾਰਾਂ ਕਰਕੇ ਇਹ ਫੈਸਲਾ ਲਿਆ ਕਿ ਸਾਨੂੰ ਉਹਦੇ ਵਿੱਚ ਮਤਲਬ ਜਾ ਕੇ ਅੰਦੋਲਨ ਵਿੱਚ ਰਲਾ ਦੇਣਾ ਚਾਹੀਦਾ ਹੈ, ਤਾਂ ਕਿ ਇਹ ਨਾ ਹੋਵੇ ਵੀ ਕੋਈ ਇਕੱਲਾ ਕਹਿ ਰਿਹਾ ਕੋਈ ਆਦਮੀ ਗਲਤ ਫੈਸਲਾ ਨਾ ਲੈ ਜੇ। ਕਿਉਂਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਕਿਸਾਨਾਂ ਵਾਸਤੇ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ। ਔਰ ਉਹਦੇ ਲਈ
ਅਸੀਂ ਉੱਥੇ ਗਏ ਸੀ ਬੈਠ ਕੇ ਮਰਨ ਵਰਤ ਦੇ ਨਾਲ ਜਾ ਕੇ, ਕਿਉਂਕਿ ਸਾਨੂੰ ਇਹ ਸੀ ਵੀ ਜੇ ਅਗਰ ਅਸੀਂ ਬਰਾਬਰ ਬੈਠੇ ਤਾਂ ਇੰਨਾ ਹਜ਼ਾਰੇ ਫਿਰ ਉੱਠ ਨਹੀਂ ਸਕੇਗਾ। ਉਹਨਾਂ ਵੇਲਿਆਂ ਦੇ ਵਿੱਚ ਬੇਟੇ ਦੀ ਸ਼ਾਦੀ ਹੋਈ ਸੀਗੀ, ਥੋੜਾ ਚਿਰ ਹੀ ਹੋਇਆ ਸੀ, ਬੱਚਾ ਛੋਟਾ ਸੀਗਾ ਮੇਰਾ ਪੋਤਰਾ, ਤਾਂ ਮੈਂ ਤਾਂ ਉੱਥੇ ਮਰਨ ਵਰਤ ਤੇ ਸੀ। ਇਹਦਾ ਬਾਪ ਦਾ ਫੋਨ ਆਇਆ ਮੇਰੇ ਨੂੰਹ ਦੇ ਦਾ, ਇਹਨੇ ਉਹਦੇ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਵੀ ਤੂੰ ਸਾਡੀ ਖਾਤਰ, ਸਾਰੇ ਕਿਸਾਨਾਂ ਦੇ ਬੱਚਿਆਂ ਦੀ ਖਾਤਰ, ਮੇਰਾ ਉਹਨੂੰ ਮੈਂ ਸਹੁਰਾ ਨਹੀਂ ਮੰਨਦੀ, ਡੈਡੀ ਮੇਰਾ ਪਿਓ ਹੈ, ਉਹ ਮਰਨ ਵਰਤ ਤੇ ਬੈਠਾ ਹੈ, ਤੁਸੀਂ ਘਰੇ ਬੈਠੇ ਹੋ, ਮੈਨੂੰ ਫੋਨ ਉਦੋਂ ਕਰਨਾ ਜੇ ਤੁਸੀਂ ਉੱਥੇ ਜਾਓਗੇ ਤਾਂ ਮੈਨੂੰ ਫੋਨ ਕਰਿਓ, ਜੇ ਨਹੀਂ ਮੈਨੂੰ ਫੋਨ ਨਹੀਂ ਕਰਨਾ ਤੁਸੀਂ। ਇਹਦਾ ਇਹ ਸਪੋਰਟ ਹੈ। ਮਤਲਬ ਬਹੁਤ ਕਹਿਣ ਤੋਂ ਭਾਵ ਹੈ ਇੱਕ ਨਵੇਂ ਆਏ ਜੀ ਨੇ ਵੀ ਰੱਜ ਕੇ ਸਪੋਰਟ ਕੀਤੀ ਹੈ, ਪਰਿਵਾਰ ਸਾਰੇ ਨੇ ਬਹੁਤ ਸਪੋਰਟ ਕੀਤੀ ਹੈ। ਉਧਰਲਾ ਪਰਿਵਾਰ ਹੈ, ਭਾਈ ਦਾ ਪਰਿਵਾਰ ਹੈ, ਬਹੁਤ ਵਧੀਆ। ਮਤਲਬ ਮੈਨੂੰ ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਤੁਹਾਡੀ ਜਿਹੜੀ ਯੂਨੀਅਨ ਦਾ ਜਥੇਬੰਦੀ ਦਾ। ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਵੇਖਦੇ ਸੀ, ਹੁਣ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਪਹਿਲਾਂ ਕਿਸ ਤਰ੍ਹਾਂ ਵੇਖਦੇ ਸੀ? ਜਿਸ ਤਰੀਕੇ ਦੇ ਨਾਲ ਅੰਦੋਲਨ ਜਿੱਤਿਆ ਗਿਆ ਉਹਦਾ ਕੀ ਲੱਗਦਾ, ਉਹਦਾ ਰਿਜ਼ਲਟ ਸਹੀ ਆਇਆ ਹੁਣ? ਨਹੀਂ ਦੇਖੋ, ਇੱਕ ਤਾਂ ਇਹ ਹੈ ਗੱਲ ਕਿ ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ। ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਕਿਸਾਨਾਂ ਦੇ ਐਡੇ ਵੱਡਾ ਅੰਦੋਲਨ ਖੜਾ ਹੋਣਾ, ਇਹ ਵੀ ਇੱਕ ਅਚੰਭੇ ਵਾਲੀ ਗੱਲ ਹੈ, ਕੁਦਰਤ ਦੇ ਕ੍ਰਿਸ਼ਮੇ ਵਾਲੀ ਗੱਲ ਹੈ। ਅਸੀਂ ਕਈ ਵਾਰੀ ਜਦੋਂ ਰਾਸ਼ਟਰੀ ਕਿਸਾਨ ਮਹਾਸੰਘ ਦਾ ਵਿੱਚ ਵੀ ਸਾਡੀ ਜਥੇਬੰਦੀ ਕੰਮ ਕਰਦੀ ਸੀ, ਤੇ ਜਦੋਂ ਕਿਤੇ ਅਸੀਂ ਬੈਠ ਕੇ ਮੀਟਿੰਗ ਹੁੰਦੀ ਤੇ ਉਸ ਮੀਟਿੰਗ ਦੇ ਵਿੱਚ ਅਸੀਂ ਵਿਚਾਰਦੇ ਹੁੰਦੇ ਸੀਗੇ ਵੀ ਯਾਰ ਜਿੱਡਾ ਵੱਡਾ ਤੂਫਾਨ ਕਿਸਾਨਾਂ ਵੱਲ ਨੂੰ ਉੱਠਿਆ ਹੈ, ਇਹਨਾਂ ਨੇ ਤਾਂ ਸਾਰਾ ਕੁਝ ਹੜਾ ਕੇ ਲੈ ਜਾਣਾ ਹੈ, ਰੇੜ ਕੇ ਲੈ ਜਾਣਾ, ਉਡਾ ਕੇ ਲੈ ਜਾਣ ਵਾਲੀ ਗੱਲ ਹੈ। ਸਾਡੇ ਕਿਸਾਨ ਅਵੇਅਰ ਨਹੀਂ, ਇਹਨਾਂ ਦਾ ਹੱਲ ਕੀ ਕੀਤਾ ਜਾਏ। ਪਰ ਉਹ ਵਾਹਿਗੁਰੂ ਨੇ ਕਿਰਪਾ ਕੀਤੀ, ਕੋਸ਼ਿਸ਼ ਜਾਰੀ ਰੱਖੀ, ਕੋਸ਼ਿਸ਼ ਜਾਰੀ ਰਹੀ। ਆਹ ਕਾਨੂੰਨ ਆਉਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਜਾਗਰਤੀ ਲਿਆਉਣ ਦੇ ਵਿੱਚ ਇੱਕ ਲੰਮਾ ਟਾਈਮ ਲਾਇਆ, ਅਸੀਂ ਲੰਬਾ ਟਾਈਮ ਲਾਇਆ ਕਿਸਾਨਾਂ ਦੇ ਵਿੱਚ ਜਾਗਰਤੀ ਲਿਆਉਣ। 2 ਮਹੀਨੇ ਲਗਾਤਾਰ ਰੇਲ ਦੀਆਂ ਪਟੜੀਆਂ ਤੇ ਬੈਠੇ ਕਿਸਾਨੀ ਨੂੰ ਜਗਾਇਆ, ਕਿਸਾਨੀ ਨੂੰ ਜਾਗ ਲੱਗੀ, ਕਿਸਾਨੀ ਨੂੰ ਸਮਝ ਆ ਗਈ, ਔਰ ਉਹ ਸਮਝ ਦੇ ਵਿੱਚੋਂ ਫਿਰ ਲੋਕ ਆਪ ਮੁਹਾਰੇ ਅੰਦੋਲਨ ਦੇ ਵਿੱਚ ਸ਼ਾਮਲ ਹੋਏ। ਹਰਿਆਣੇ ਦੀ ਬਿਲਕੁਲ ਇਹ ਹਾਲਾਤ ਸੀਗੇ ਵੀ ਹਰਿਆਣੇ ਨੂੰ ਤਾਂ ਮਤਲਬ ਬੀਜੇਪੀ ਸਰਕਾਰ ਉੱਠਣ ਹੀ ਨਹੀਂ ਦੇਗੀ, ਸਿਰ ਨਹੀਂ ਚੱਕਣ ਦੇਗੀ। ਉਹਨਾਂ ਦੇ ਲੀਡਰ ਸਾਡੇ ਨਾਲ ਜਦੋਂ ਗੱਲ ਕਰਦੇ ਸੀ ਇਹ ਕਹਿੰਦੇ ਵੀ ਸੀ ਕਿ ਸਾਨੂੰ ਤਾਂ ਰੇਲਵੇ ਪਟੜੀ ਦੇ ਨੇੜੇ ਨਹੀਂ ਜਾਣ ਦੇ ਰਹੀ ਸਰਕਾਰ। ਤਾਂ ਉਸ ਵੇਲੇ ਜਦੋਂ ਅੰਦੋਲਨ ਚੱਲਿਆ ਇੱਧਰੋਂ ਸਾਡੇ ਵਾਲੇ ਪਾਸਿਓਂ, ਉਸ ਵੇਲੇ ਫਿਰ ਹਰਿਆਣਾ ਵੀ ਆਪਣੇ ਨਾਲ ਮਤਲਬ ਇੰਨਾ ਉਤਸ਼ਾਹਤ ਹੋ ਕੇ ਲੱਗਿਆ ਕਿ ਹਰਿਆਣੇ ਦੀ ਵੀ ਸਪੋਰਟ ਮਿਲ ਗਈ। ਅੰਦੋਲਨ ਬੜੇ ਮੋੜਾਂ ਦੀ ਲੰਘਿਆ, ਬਹੁਤ ਕੁਛ ਹੋਇਆ। ਤੇ ਇਹ ਕੋਈ ਮਤਲਬ ਮੇਰੀ ਵਾਸਤੇ ਇਹ ਨਹੀਂ ਗੱਲ ਕਿ ਮੈਨੂੰ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ, ਮੈਨੂੰ ਕਾਫੀ ਇਹਨਾਂ ਗੱਲਾਂ ਦਾ ਅਨੁਭਵ ਸੀਗਾ ਕਿ ਦੇਖੋ ਸਰਕਾਰਾਂ ਜਿਵੇਂ ਜਿਵੇਂ ਅੰਦੋਲਨ ਮਜ਼ਬੂਤ ਹੁੰਦਾ ਜਾਏਗਾ, ਅੰਦੋਲਨ ਵੱਡਾ ਹੁੰਦਾ ਜਾਏਗਾ, ਕਿਸੇ ਪੋਲੀਟੀਕਲ ਪਾਰਟੀ ਦਾ ਰਾਜਨੀਤਿਕ ਨੁਕਸਾਨ ਜਦੋਂ ਕਰੂਗਾ ਨਾ ਜੀ ਅੰਦੋਲਨ, ਉਹ ਅੰਦੋਲਨ ਜਿੰਨਾ ਨੁਕਸਾਨ ਅਗਲਿਆਂ ਲਈ ਨੁਕਸਾਨਦਾਇਕ ਹੁੰਦਾ ਹੈ, ਉਹ ਤੋਂ ਕਿਤੇ ਵੱਧ ਜਿਹੜੇ ਅੰਦੋਲਨ ਕਰ ਰਹੇ ਹੁੰਦੇ ਨਾ ਜੀ, ਉਹਨਾਂ ਵਾਸਤੇ ਇੱਕ ਸੁਨੇਹਾ ਦਿੰਦਾ ਹੈ ਕਿ ਇੱਕ ਇੱਕ ਕਦਮ ਅਲਰਟ ਹੋ ਕੇ ਚੱਕੋ। ਹੁਣ ਅਗਲੇ ਵੀ ਤੁਹਾਡੇ ਖਿਲਾਫ ਕੋਈ ਛੜਯੰਤਰ ਰਚਣਗੇ, ਔਰ ਉਹ ਬੜੇ ਰਚੇ, ਬਹੁਤ ਸਾਰੇ ਛੜਯੰਤਰ ਰਚੇ, ਕਦੇ ਕੋਈ ਰਚਿਆ, ਕਦੇ ਕੋਈ ਰਚਿਆ। ਕਿਹੜੇ ਰਚੇ? ਸਭ ਤੋਂ ਵੱਡੀ ਇਨਸੀਡੈਂਟ ਹੋਇਆ ਕਿ 26 ਜਨਵਰੀ ਦੀ ਘਟਨਾ ਵਾਪਰੀ। ਸਾਡੇ ਵਿਚਾਰੇ ਨੌਜਵਾਨ, ਉਮਰ ਦਾ ਫਰਕ ਹੁੰਦਾ ਹੈ ਨਾ, ਉਹਨਾਂ ਦੀ ਉਮੀਦ ਹੀ ਸੀ, ਉਹਨਾਂ ਦੀ ਭਾਵਨਾ ਸੀਗੀ ਕਿ ਉਹਨਾਂ ਨੌਜਵਾਨਾਂ ਨੂੰ ਭੜਕਾ ਕੇ ਅੱਗੇ ਲੈ ਚੱਲੋ। ਸਾਡੇ ਕੋਲੇ ਗੁਪਤ ਜਿਹੜੀ ਸੂਚਨਾਵਾਂ ਇਹ ਜਿਹੀਆਂ ਆਉਂਦੀਆਂ ਸੀਗੀਆਂ, ਪਤਾ ਲੱਗਦਾ ਸੀ ਕਿ ਸਾਡੇ ਵਿੱਚ ਲਗਭਗ 4000 ਦੇ ਕਰੀਬ ਲੋਕ RSS ਵਾੜੂਗੇ। ਉਹ ਟਰੈਕਟਰ ਟਰਾਲੀਆਂ ਵੀ ਲੈ ਕੇ। ਤੁਸੀਂ RSS ਦੀ ਗੱਲ ਕੀਤੀ ਡੱਲੇਵਾਲ ਸਾਹਿਬ, ਤੁਹਾਡੇ ਤੇ ਵੀ ਇਲਜ਼ਾਮ ਲੱਗਿਆ ਕਿ ਤੁਸੀਂ RSS ਦੇ ਮੈਂਬਰ ਹੈਗੇ ਹੋ? ਨਹੀਂ ਚਲੋ, ਇਹ ਤਾਂ ਜਿਹੜਾ ਮੇਰੇ ਤੇ ਇਲਜ਼ਾਮ ਲੱਗਿਆ ਨਾ ਜੀ, ਉਹਦੀ ਤਾਂ ਗੱਲ ਮੇਰਾ ਖਿਆਲ ਹੈ ਉਹਨਾਂ ਵਿਚਾਰਿਆਂ ਨੂੰ ਕੋਈ ਮਤਲਬ ਤਕਲੀਫ ਹੋਈ, ਉਹਨਾਂ ਤਕਲੀਫਾਂ ਦੇ ਵਿੱਚੋਂ ਗੱਲ ਆਈ, ਉਹਦੇ 'ਚੋਂ ਆਇਆ। ਲੇਕਿਨ ਤੁਸੀਂ ਇਹ ਲਓ ਗੱਲ ਕਿ ਇਹਨਾਂ ਬੰਦਿਆਂ ਨੂੰ ਮੀਟਿੰਗ ਦੇ ਵਿੱਚ ਜਿਸ ਵੇਲੇ ਸਾਨੂੰ ਸੂਚਨਾ ਮਿਲੀ ਕਿ ਇਹਦੇ ਵਿੱਚ RSS ਬੰਦੇ ਵਾੜ ਸਕਦੀ ਹੈ, ਔਰ 4000 ਤੋਂ 5000 ਲੋਕ ਉਹਨਾਂ ਨੇ ਤਿਆਰ ਕਰ ਲਏ, ਔਰ ਜਿਹੜੇ ਇਹਦੇ ਵਿੱਚ ਕਿਸਾਨ ਦੇ ਰੂਪ 'ਚ ਵੜਨਗੇ, ਔਰ ਉਹ ਤੁਹਾਡੇ ਲੋਕਾਂ ਨੂੰ ਇੰਨਾ ਗਰਮ ਕਰ ਦੇਣਗੇ ਕਿ ਲੋਕ ਮਤਲਬ ਆਪ ਮੁਹਾਰੇ ਉਹਨਾਂ ਦੇ ਮਗਰ ਕਿਸੇ ਵੀ ਕੁਝ ਵੀ ਕਰ ਸਕਦੇ। ਸਾਨੂੰ ਇੱਥੋਂ ਤੱਕ ਵੀ ਸੀਗਾ ਕਿ ਜਿੱਥੇ ਜਾ ਕੇ ਨਾਕਾਬੰਦੀ ਹੋਣੀ ਹੈ ਗਲਤ ਜਗ੍ਹਾ ਤੇ ਲਿਜਾਣ ਵਾਸਤੇ, ਉਹ ਤੁਹਾਡੇ ਨੌਜਵਾਨਾਂ ਦੇ ਮੂਹਰੇ ਲੱਗਣਗੇ ਔਰ ਨੌਜਵਾਨਾਂ ਨੂੰ ਉਧਰ ਨੂੰ ਤੋਰਨਗੇ, ਤਾਂ ਅੱਗੋਂ ਸਰਕਾਰ ਉਹਨਾਂ ਦੇ ਉੱਤੇ ਫਾਇਰਿੰਗ ਕਰ ਸਕਦੀ ਹੈ। ਸਾਡੇ ਕੋਲੇ ਉਸ ਫਾਇਰਿੰਗ ਦੇ ਵਿੱਚ ਰੋਕਣ ਦਾ ਫਿਰ ਸਾਡੇ ਕੋਲ ਕੋਈ ਚਾਰਾ ਨਹੀਂ ਹੋਏਗਾ।
ਉੱਥੇ ਸਾਡਾ ਨੌਜਵਾਨਾਂ ਦਾ ਨੁਕਸਾਨ ਹੋ ਸਕਦਾ। ਟੱਲੇ ਸਾਹਿਬ ਤੁਸੀਂ ਵੀਡੀਓ ਬਣਾ ਕੇ ਉਦੋਂ ਪਾਉਣੇ ਹੋ ਸ਼ਾਮ ਦੇ ਤਕਰੀਬਨ 4-5 ਵਜੇ ਵੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ, ਉਦੋਂ ਮਨ ਦੇ ਵਿੱਚ ਕੀ ਬੀਤ ਰਹੀ ਸੀ? ਕਿਉਂਕਿ ਉਸ ਸਮੇਂ ਕਿਸ ਤਰੀਕੇ ਨਾਲ ਸੋਚਿਆ ਜਾ ਰਿਹਾ ਸੀ, ਡੱਲੇਵਾਲ ਕਿਸ ਤਰੀਕੇ ਨਾਲ ਸੋਚ ਰਿਹਾ ਸੀ? ਕਿਉਂਕਿ ਕਿ ਤੁਸੀਂ ਜਿਹੜੇ ਹੈਗੇ ਆ ਤੰਬੂ ਦੇ ਵਿੱਚ ਬਣਾ ਕੇ ਵੀਡੀਓ ਪਾ ਰਹੇ ਹੋ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਲਾਲ ਕਿਲ੍ਹੇ ਤੋਂ ਵਾਪਸ ਆ ਜਾਓ, ਉਸ ਤਰੀਕੇ ਦੀ ਮੂਵਮੈਂਟ ਕਿਸ ਤਰ੍ਹਾਂ ਸੀ ਉਦੋਂ? ਨਹੀਂ ਦੇਖੋ, ਗੱਲ ਪਤਾ ਕੀ ਹੈ, ਉਹ ਜਿਹੜਾ ਸਾਡੇ ਨੌਜਵਾਨ ਸੀਗੇ ਨਾ, ਮੈਂ ਉਹੀ ਬੇਨਤੀ ਕਰ ਰਿਹਾ ਨਾ, ਸਾਡੇ ਨੌਜਵਾਨਾਂ ਨੂੰ ਵਿਚਾਰਿਆਂ ਨੂੰ, ਬੱਚਾ ਨੌਜਵਾਨ ਤਾਂ ਨੌਜਵਾਨ ਹੈ, ਇਹ ਇੱਕ ਜਿਹੜੀ ਜ਼ਿੰਦਗੀ ਦਾ ਜਿਹਨੇ ਮੂਵਮੈਂਟ ਕਰਨ ਦਾ ਤਜਰਬਾ ਉਹ ਹਰ ਬੱਚੇ ਕੋਲੇ ਤਾਂ ਹੈ ਨਹੀਂ। ਉਹ ਉਹਨਾਂ ਦੇ ਮਤਲਬ ਝਾਂਸੇ 'ਚ ਆ ਗਏ, ਲਾਲ ਕਿਲ੍ਹੇ ਤੇ ਚਲੇ ਗਏ। ਹੁਣ ਲਾਲ ਕਿਲ੍ਹੇ ਤੇ ਜਾ ਕੇ ਆਪਾਂ ਬਹੁਤ ਕੁਝ ਕਰ ਲਿਆ, ਉੱਥੇ ਸਭ ਤੋਂ ਵੱਡਾ ਕੰਮ ਕਰ ਲਿਆ ਸੀ, ਝੰਡਾ ਚੜਾਤਾ ਕੇਸਰੀ ਨਿਸ਼ਾਨ ਸਾਹਿਬ। ਜਦੋਂ ਕੇਸਰੀ ਨਿਸ਼ਾਨ ਸਾਹਿਬ ਚੜ ਜਾਂਦਾ ਹੈ, ਹੁਣ ਸਵਾਲ ਇਹ ਹੈ ਕਿ ਸਾਡਾ ਟਾਰਗੇਟ ਸੀਗਾ ਕਿ ਅਸੀਂ 3 ਕਾਨੂੰਨ ਰੱਦ ਕਰਵਾਉਣੇ ਆ, MSP ਦੀ ਗਰੰਟੀ ਲੈਣੀ ਹੈ। ਹੁਣ ਉੱਥੇ ਝੰਡਾ ਚੜ ਜਾਂਦਾ ਹੈ, ਜਦੋਂ ਝੰਡਾ ਚੜਦਾ ਹੈ ਤੇ ਉਸ ਵੇਲੇ ਇੱਕ ਵੱਡਾ ਹਾਲਾਤ ਇਹਦਾ ਬਣ ਗਿਆ ਹਰਿਆਣੇ ਦਾ, ਯੂਪੀ ਦੇ ਵਿੱਚ ਜਿਹੜੇ ਸਿੱਖ ਕਮਿਊਨਿਟੀ ਤੋਂ ਬਾਹਰਲੇ ਲੋਕ ਸੀ, ਉਹਨਾਂ ਦੇ ਅੰਦਰ ਇੱਕ ਗੱਲ ਆ ਗਈ ਔਰ ਉਹਨਾਂ ਨੇ ਸਾਡੇ ਸਾਹਮਣੇ ਕਈਆਂ ਵੀ ਗੱਲਾਂ ਇਹ ਕਿ ਜੀ ਤੁਸੀਂ ਤਾਂ ਖਾਲਿਸਤਾਨ ਬਣਾਉਣਾ ਹੈ, ਤੁਹਾਡਾ ਕਿਸਾਨੀ ਮੰਗਾਂ ਨਾਲ ਕੋਈ ਮਤਲਬ ਨਹੀਂ, ਤੁਸੀਂ ਆਹ ਕੰਮ ਕਰਨਾ ਸੀ, ਇਹ ਕੰਮ ਕਰਤਾ ਆ ਕੇ। ਅਸੀਂ ਬੜਾ ਸਮਝਾ ਰਹੇ ਸੀ ਉਹਨਾਂ ਨੂੰ ਵੀ ਨਹੀਂ, ਇਹ ਜੀ ਗੱਲ ਨਹੀਂ ਹੈ, ਕੋਈ ਨੌਜਵਾਨ ਚਲੇ ਗਏ ਭੜਕ ਕੇ ਆਪਾਂ ਤੋਂ, ਉਹਨਾਂ ਨੂੰ ਨਹੀਂ ਸਮਝ ਆਈ, ਐਸੀ ਕੋਈ ਗੱਲ ਨਹੀਂ ਹੈ। ਲੇਕਿਨ ਦੇਖੋ ਉਹ ਇੱਕ ਝੰਡਾ, ਉਹ ਨਿਸ਼ਾਨ ਸਾਹਿਬ ਸੀ ਤਾਂ ਕਿ ਸਾਡਾ ਧਾਰਮਿਕ ਨਿਸ਼ਾਨ ਸਾਹਿਬ, ਤੇ ਕਿਹਾ ਉਹਨੂੰ ਕੀ ਗਿਆ, ਪ੍ਰਚਾਰ ਕੀ ਹੋਇਆ, ਖਾਲਿਸਤਾਨ ਦਾ ਝੰਡਾ ਹੋਇਆ ਨਾ, ਸਾਰੇ ਚੈਨਲਾਂ ਨੇ ਖਾਲਿਸਤਾਨ ਦਾ ਝੰਡਾ ਕਹਿ ਕੇ ਪ੍ਰਚਾਰਿਆ। ਹੁਣ ਉਹ ਇੱਕ ਸਾਡੇ ਇੱਕ ਕਮਿਊਨਿਟੀ ਅਸੀਂ ਬੈਠੇ ਆ ਸਿੱਖ, ਦੂਸਰੀਆਂ ਕਮਿਊਨਿਟੀਆਂ ਉਹਨਾਂ ਦੇ ਵਿੱਚ ਇੱਕ ਗੱਲ ਬਾਹਰ ਰਹੇ ਨੇ ਜ਼ੋਰ ਦੇ ਕੇ ਸਾਰੇ ਚੈਨਲ ਕਿ ਦੇਖੋ ਜੀ ਖਾਲਿਸਤਾਨ ਦਾ ਝੰਡਾ ਚੜਾਤਾ, ਇਹਦਾ ਖਾਲਿਸਤਾਨ ਬਣਾਉਣਾ ਸੀ। ਤਾਂ ਉਹ ਇੱਕ ਸਮਾਂ ਐਸਾ ਜ਼ਰੂਰ ਸੀਗਾ ਜਿਹੜਾ ਬੜਾ ਚਿੰਤਾ ਦਾ ਮੌਕਾ ਸੀ ਕਿ ਜੇਕਰ ਇੱਥੇ ਕਿਸੇ ਤਰ੍ਹਾਂ ਦੇ ਦੰਗੇ ਭੜਕ ਗਏ ਤਾਂ ਫਿਰ ਅਸੀਂ ਮਤਲਬ ਕਿਉਂਕਿ ਪੰਜਾਬ ਦੇ ਵਿੱਚੋਂ ਹਰ ਘਰ ਦਾ 1-1 2-2 ਜੀ ਉੱਥੇ ਮੋਰਚੇ 'ਚ ਬੈਠੇ ਸੀ। ਅਗਰ ਉੱਥੇ ਕੋਈ ਘਟਨਾ ਵਾਪਰ ਜਾਂਦੀ ਹੈ ਔਰ ਲੋਕ ਭੜਕ ਜਾਂਦੇ ਨੇ ਤਾਂ ਫਿਰ ਮਤਲਬ ਉੱਥੇ ਵੱਡਾ ਮਤਲਬ ਇੱਕ ਖੂਨ ਖਰਾਬਾ ਹੋਣ ਦੇ ਚਾਂਸ ਸੀਗੇ, ਜਿਹਨੂੰ ਮੈਂ ਸਮਝੂਗਾ ਵਾਹਿਗੁਰੂ ਨੇ ਮਦਦ ਕੀਤੀ, ਚੰਗਾ ਕੀਤਾ, ਸਾਡਾ ਯੂਥ ਨੇ ਵੀ ਉੱਥੋਂ ਜਿਹੜੇ ਮਤਲਬ ਵਾਪਸੀ ਸਮੇਂ ਸਿਰ ਕਰ ਲਈ, ਪਰ ਹਾਲਾਤ ਬੜੇ ਮਾੜੇ ਸੀ। ਉਹ ਡੱਲੇਵਾਲ ਸਾਹਿਬ ਸਵਾਲ ਮੇਰਾ ਥੋੜਾ ਇੱਕ ਰੱਡਾ ਜ਼ਰੂਰ ਹੋਊਗਾ, ਸ਼ਾਇਦ ਤੁਹਾਨੂੰ ਦੁੱਖ ਵੀ ਲੱਗੇ। ਤੁਹਾਨੂੰ ਰਾਜੇਵਾਲ ਨੇ ਸਿੱਧਾ ਕਹਿਤਾ ਵੀ ਤੁਸੀਂ RSS ਸੰਘ ਦੇ ਮੈਂਬਰ ਹੋ, ਤੁਸੀਂ ਇਹ ਗੱਲ ਕਲੀਅਰ ਕਰੋ ਵੀ ਤੁਸੀਂ RSS ਸੰਘ ਦੇ ਮੈਂਬਰ ਹੋ ਹੈ ਜਾਂ ਨਹੀਂ? ਦੇਖੋ, ਸਭ ਤੋਂ ਪਹਿਲੀ ਗੱਲ ਹੈ ਜਿਹੜੀ ਗੱਲ ਦੇ ਉਹਨੂੰ ਉਹ ਆਧਾਰ ਬਣਾ ਕੇ ਕਹਿ ਰਹੇ ਨੇ, ਪਹਿਲੀ ਤਾਂ ਗੱਲ ਹੈ ਕਿ RSS ਜਾਂ ਸੰਘ ਜਾਂ ਹੋਰ ਕਿਸੇ ਨਾਲ ਮੇਰਾ ਕੋਈ ਤਾਲੁਕ ਨਹੀਂ ਹੈ। ਮੈਂ ਸਟੂਡੈਂਟ ਯੂਨੀਅਨ 'ਚ ਰਿਹਾ, ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵੀ ਕੁਝ ਸਮਾਂ ਮਤਲਬ ਮੈਂਬਰ ਦੇ ਤੌਰ 'ਤੇ ਰਿਹਾ, ਮੈਂ ਅੱਜ ਕਿਸਾਨ ਜਥੇਬੰਦੀ 'ਚ ਕੰਮ ਕਰ ਰਿਹਾ। ਮੇਰਾ ਉਹਨਾਂ ਉਹੋ ਜਿਹੀਆਂ ਲਹਿਰਾਂ ਨਾਲ, ਉਹੋ ਜਿਹੀਆਂ ਜਮਾਤਾਂ ਨਾਲ ਅਸੀਂ ਤੇ ਉਹਨਾਂ ਨੂੰ ਮਤਲਬ ਸਖਤ ਵਿਰੋਧੀ ਆ ਉਹਨਾਂ ਲੋਕਾਂ ਦੇ ਜਿਹੜੇ ਲੋਕ ਮਤਲਬ ਅੱਜ ਸਾਡਾ ਬੇੜਾ ਗਰਕ ਕਰਨ ਲੱਗੇ ਨੇ। RSS ਦਾ ਮੈਂ ਸਾਥੀ ਕਿਵੇਂ ਬਣ ਜਾਊਂਗਾ ਜੀ, ਕਿ ਸਮਝਣ ਵਾਲੀ ਗੱਲ ਹੈ। RSS ਇੱਕ ਉਹ ਜਮਾਤ ਹੈ ਜਿਹੜੀ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰੀ ਜਾਂ ਜਿਹੜੇ ਦੂਸਰੇ ਲੋਕ ਅੰਦੋਲਨ ਕਰ ਰਹੇ ਸੀ ਦੇਸ਼ ਦੀ ਆਜ਼ਾਦੀ ਦਾ, ਉਸ ਵੇਲੇ RSS ਦੇ ਸਾਵਰਕਰ ਵਰਗੇ ਲੋਕ ਤਾਂ ਮਾਫੀਆਂ ਮੰਗ ਕੇ ਆ ਰਹੇ ਨੇ। ਉੱਥੋਂ ਮਾਫੀ ਮੰਗਣ ਵਾਲੇ ਲੋਕਾਂ ਦਾ ਹੁਣ ਇਸ ਮੋਰਚੇ ਦੇ ਵਿੱਚ ਨੋਟ ਕਰਿਓ, ਇੱਕ ਤਾਂ ਉਹ ਧਿਰ ਬੈਠੀ ਹੈ ਜਿਹੜੀ ਮੋਰਚੇ ਤੋਂ ਛੇਤੀ ਭੱਜਣਾ ਚਾਹੁੰਦੀ ਹੈ, ਇੱਕ ਉਹ ਬੰਦੇ ਬੈਠੇ ਨੇ ਜਿਹੜੇ ਕਹਿੰਦੇ ਨੇ MSP ਲੈ ਬਿਨਾ ਉੱਠਣਾ ਨਹੀਂ। ਅਸੀਂ ਉਹਨਾਂ 'ਚ ਖੜ੍ਹੇ ਹਾਂ ਜਿਹੜੇ MSP ਲੈ ਬਿਨਾ ਉੱਠਣਾ ਨਹੀਂ ਚਾਹੁੰਦੇ। ਸਾਡਾ ਇਰਾਦਾ ਸਮਝ ਆ ਗਈ ਤਾਂ ਤੁਹਾਨੂੰ, ਸਾਰੀ ਦੁਨੀਆ ਨੂੰ ਸਮਝ ਆ ਗਈ। ਹੁਣ ਇੱਕ ਪਾਸੇ ਤਾਂ RSS ਉਹ ਵਿਚਾਰਧਾਰਾ ਜਿਹੜੀ ਦੇਸ਼ ਨੂੰ ਗੁਲਾਮ ਕਰਕੇ ਰੱਖਣ ਵਾਲੇ ਲੋਕਾਂ ਤੋਂ ਕੋਲੋਂ ਮਾਫੀਆਂ ਮੰਗ ਕੇ ਤੇ ਉਹਨਾਂ ਦੀ ਹੱਥ ਠੋਕੇ ਬਣ ਕੇ ਖੜ ਗਈ। ਅਸੀਂ ਉਹ ਜੀ ਵਿਚਾਰਧਾਰਾ ਨੂੰ ਕਿਵੇਂ ਨੇੜੇ ਲੱਗਣ ਦੇ ਦਾਂਗੇ ਜੀ? ਕੋਈ ਮਤਲਬ ਨਹੀਂ ਹੈ ਜੀ ਵਿਚਾਰਧਾਰਾ ਦਾ। ਅਸੀਂ ਜੇ ਵਿਚਾਰਧਾਰਾ ਨੂੰ ਮੰਨ ਕੇ ਚੱਲਦੇ ਹਾਂ ਤਾਂ ਸਾਡੇ ਜਿਹੜੇ ਸ਼ਹੀਦ ਹੋਏ ਨੇ, ਸਾਡੇ ਜਿਨ੍ਹਾਂ ਨੇ ਅੰਦੋਲਨ ਲੜੇ ਨੇ, ਭਾਵੇਂ ਮਹਾਤਮਾ ਗਾਂਧੀ ਹੋਵੇ, ਭਾਵੇਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰੀ ਹੋਣ, ਸਾਡੇ ਭਾਵੇਂ ਪਟੇਲ ਵਰਗੇ ਹੋਣ, ਸਾਡੀ ਵਿਚਾਰਧਾਰਾ ਉਹਨਾਂ ਲੋਕਾਂ ਨਾਲ ਮੇਲ ਖਾਂਦੀ ਹੈ। ਦੂਜੀ ਗੱਲ, ਹੁਣ ਜਿਹੜੀ ਉਹਨਾਂ ਨੇ ਕਹੀ ਗੱਲ, ਉਹਨਾਂ ਨੇ ਕਿਸ ਗੱਲ ਤੋਂ ਕਹੀ? ਉਹਨਾਂ ਨੇ ਇਹ ਕਿਹਾ ਕਿ ਇੱਕ ਜੀ ਰਾਸ਼ਟਰੀ ਕਿਸਾਨ ਮਹਾਸੰਘ ਬਣਿਆ ਹੈ, ਇਹ ਉਹਦਾ ਮੀਤ ਪ੍ਰਧਾਨ ਹੈ, ਵਾਈਸ ਪ੍ਰੈਜ਼ੀਡੈਂਟ, ਇਹ ਕਿਹਾ ਉਹਨਾਂ ਨੇ, ਰਾਜੇਵਾਲ ਸਾਹਿਬ ਨੇ।
ਹੁਣ ਉਹਨਾਂ ਦੇ ਇਹ ਕਹਿਣ ਦੇ ਮਗਰ ਮੇਰੇ ਤੇ ਦੋਸ਼ ਲਾਉਣ ਦੇ ਮਗਰ ਸਭ ਤੋਂ ਵੱਡਾ ਮਤਲਬ ਕਾਰਨ ਹੈ, ਰੀਜ਼ਨ ਕੀ ਸੀ, ਉਹ ਇਹ ਸੀਗਾ ਕਿ ਇਹਨਾਂ ਕੁਝ ਆਗੂਆਂ ਨੇ ਸਰਕਾਰ ਨਾਲ ਬਾਈਪਾਸ ਗੱਲਬਾਤ ਕਰਨੀ ਸ਼ੁਰੂ ਕਰ ਲਈ। ਗੱਲਬਾਤ ਦਾ ਕੋਈ ਇਤਰਾਜ਼ ਨਹੀਂ ਹੁੰਦਾਗਾ, ਲੇਕਿਨ ਸਾਰੇ ਐਸਕੇਐਮ ਨੂੰ ਤਾਂ ਪਤਾ ਹੋਵੇ ਨਾ ਵੀ ਗੱਲਬਾਤ ਚੱਲ ਰਹੀ ਹੈ, ਕਿਹਦੇ ਨਾਲ ਚੱਲ ਰਹੀ ਹੈ। ਅਕਸਰ ਤਾਂ ਕਿਸੇ ਨਾ ਕਿਸੇ ਇੱਕ ਚੈਨਲ ਤੋਂ ਗੱਲ ਚੱਲੇਗੀ। ਹੁਣ ਇਹਨਾਂ ਨੇ ਉਹ ਸਾਡੇ ਲੋਕਾਂ ਨੂੰ ਦੱਸੀ ਨਹੀਂ ਤੇ ਉਹਦੇ 'ਚ ਕਰਿਆ ਕੀ, ਉਹਦੇ 'ਚ ਇਹਨਾਂ ਨੇ ਇਹ ਤੈਅ ਕਰ ਲਿਆ ਕਿ ਇੱਕ ਕਾਨੂੰਨ ਰੱਦ ਕਰ ਦਿਓ, ਇੱਕ ਦੇ ਉੱਤੇ ਉਹਨੂੰ ਮਾਡਲ ਐਕਟ ਬਣਾ ਕੇ ਸਟੇਟਾਂ ਤੇ ਛੱਡ ਦਿਓ, ਤੇ ਜਿਹੜਾ ਤੀਸਰਾ ਹੈ ਉਹਦੇ ਤੇ ਇੱਕ ਕਮੇਟੀ ਬਣਾ ਦਿਓ, ਔਰ ਉਹ ਕਮੇਟੀ ਜਿੰਨਾ ਚਿਰ ਫੈਸਲਾ ਨਹੀਂ ਦਿੰਦੀ ਉਹਨਾਂ ਚਿਰ ਉਹ 'ਚ ਰੋਕ ਲਾ ਦਿਓ, ਜਦੋਂ ਕਮੇਟੀ ਫੈਸਲਾ ਦੇਊਗੀ ਉਦੋਂ ਮਤਲਬ ਲਾਗੂ ਕਰ ਲਿਓ। ਹੁਣ ਉਹ ਜਿਹੜਾ ਸੀ ਸਾਨੂੰ ਉਹ ਗੱਲਾਂ ਮਤਲਬ ਵਾਜਬ ਨਹੀਂ ਲੱਗੀਆਂ, ਕਿਉਂਕਿ ਜਿਹੜੀ ਕਮੇਟੀ ਬਣਦੀ ਤਾਂ ਕਮੇਟੀ ਤਾਂ ਫਿਰ ਮਤਲਬ ਕਮੇਟੀ ਨੇ ਤਾਂ ਫੈਸਲਾ ਹੀ ਨਹੀਂ ਦੇਣਾ ਸੀਗਾ, ਅਖੀਰ ਨੂੰ ਕਾਨੂੰਨ ਰੱਦ ਮਤਲਬ ਹੋਣ ਵਾਲੀ ਗੱਲ ਖਤਮ ਹੋ ਜਾਣੀ ਸੀ। ਤੋ ਇਸ ਗੱਲ ਦੇ ਉੱਤੇ ਆ ਕੇ ਮੈਂ ਇਹਨਾਂ ਦਾ ਵਿਰੋਧ ਕੀਤਾ ਕਿ ਵੀ ਅਸੀਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ। ਜੇ ਅਗਰ ਇਹ ਕਰਨਾ ਤੁਸੀਂ ਜੇ ਰੱਦ ਕਰਾਉਣ ਤੱਕ ਬੈਠਣਾ, ਫਿਰ ਉਹਨਾਂ ਚਿਰ ਜਿੰਨਾ ਚਿਰ ਕਮੇਟੀਆਂ ਫੈਸਲਾ ਦੇਣਗੀਆਂ ਉਹਨਾਂ ਚਿਰ ਫਿਰ ਇੱਥੇ ਬੈਠੋ। ਜੋ ਫੈਸਲਾ ਦੇਊਗੀ ਕਮੇਟੀ ਸਾਡੇ ਪੱਖ 'ਚ ਆਊਗਾ ਤਾਂ ਅਸੀਂ ਉੱਠ ਖੜਾਂਗੇ, ਨਾ ਸਾਡੇ ਪੱਖ 'ਚ ਆਊਗਾ ਤਾਂ ਸਾਡਾ ਅੰਦੋਲਨ ਜਾਰੀ ਰਹੂਗਾ। ਉੱਥੇ ਫਿਰ ਜਦੋਂ ਇਹਨਾਂ ਨੂੰ ਇਹ ਲੱਗੀ ਗੱਲ ਵੀ ਅੰਦੋਲਨ ਤਾਂ ਫਿਰ ਇਸ ਤਰੀਕੇ ਨਾਲ ਉੱਠਦਾ ਨਜ਼ਰ ਨਹੀਂ ਆਉਂਦਾ, ਇਹ ਠਾਉਣ ਟਕਾਣੀ ਹੋ ਗਈ। ਹਾਂ ਅੰਦੋਲਨ ਬਿਲਕੁਲ 100% ਉਹਨਾਂ ਨੇ ਕਿਹਾ ਹੈ, ਤੇ ਮਤਲਬ ਇਹ ਤਾਂ ਸਾਡੇ ਨਾਲ ਮੇਰੇ ਨਾਲ ਜਦੋਂ 8 ਤਰੀਕ ਨੂੰ 8 ਨਵੰਬਰ ਨੂੰ ਮੀਟਿੰਗ ਹੋਈ, ਜਿਹੜੀ ਮੀਟਿੰਗ ਦੇ ਵਿੱਚ ਆ ਗੱਲਾਂ ਹੁੰਦੀਆਂ ਨੇ, ਤਾਂ ਉਹਨਾਂ ਨੇ ਜਦੋਂ ਇਹ ਗੱਲਾਂ ਆਈਆਂ ਤਾਂ ਉਸ ਵੇਲੇ ਫਿਰ ਮੇਰਾ ਇਹਨਾਂ ਦੇ ਨਾਲ ਤਕਰਾਰ ਹੋਇਆ। ਮੈਂ ਕਿਹਾ ਵੀ ਮੈਂ ਇਹਦੇ ਹੱਕ 'ਚ ਨਹੀਂਗਾ, ਮੈਂ ਤੇ ਮਤਲਬ ਤਿੰਨੇ ਕਾਨੂੰਨ ਰੱਦ ਕਰਾਉਣ ਦੇ ਹੱਕ 'ਚ ਸਾਡੀ ਜਥੇਬੰਦੀ ਬੈਠੇਗੀ, ਚਾਹੇ ਕੋਈ ਰਾਜੀ ਰਹੇ ਚਾਹੇ ਕੋਈ ਗੁੱਸੇ ਰਹੇ। ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਇਹ ਸਰਕਾਰ ਨੂੰ ਪਹਿਲਾਂ ਹੀ ਦੱਸਿਆ ਹੈ ਵੀ ਕੁਝ ਜਥੇਬੰਦੀਆਂ ਨੇ ਮੰਨਣਾ ਨਹੀਂ, ਤੇ ਸਰਕਾਰ ਕਹਿੰਦੀ ਵੀ ਤੁਸੀਂ ਉੱਠੋ, ਤੁਸੀਂ ਨਿਮੇੜੋ ਗੱਲ, ਤੇ ਜੇ ਜਿਹੜੀਆਂ ਜਥੇਬੰਦੀਆਂ ਨਹੀਂ ਉੱਠਣਗੀਆਂ ਉਹਨਾਂ ਨਾਲ ਫਿਰ ਅਸੀਂ ਆਪਣੇ ਆਪ ਆਪਣੇ ਲੈਵਲ ਦੇ ਉੱਤੇ ਨਿਪਟ ਲਾਂਗੇ। ਤੋ ਉਹ ਜਿਹੜੀ ਗੱਲਬਾਤ ਸਾਰੀ ਸੀ ਉਠਾਉਣ ਵਾਲੀ ਗੱਲ ਹੀ ਲੱਗ ਰਹੀ ਸੀ ਸਾਨੂੰ, ਤਾਂ ਅਸੀਂ ਉਹਦੇ 'ਚੋਂ ਮਤਲਬ ਇਹਨਾਂ ਦਾ ਵਿਰੋਧ ਕਰਦੇ ਸੀ। ਉਸ ਵਿਰੋਧ ਦੇ ਵਿੱਚੋਂ ਅਸਲ ਜਦੋਂ ਕੁਝ ਸਮਾਂ ਪੈਣ ਤੋਂ ਬਾਅਦ ਫਿਰ ਗੱਲ ਸਾਹਮਣੇ ਨਿਕਲ ਕੇ ਆ ਗਈ ਕਿ ਇਹ ਕਿਉਂ ਉਠਾਉਣਾ ਚਾਹੁੰਦੇ ਸੀ, ਕਿਉਂ ਇੰਨੇ ਉਤਾਵਲੇ, ਜਦੋਂ ਇਹਨਾਂ ਨੇ ਆ ਕੇ ਮਤਲਬ ਐਸਐਸਐਮ ਬਣਾ ਲਈ, ਇਲੈਕਸ਼ਨ ਲੜਨ ਦਾ ਐਲਾਨ ਕਰ ਲਿਆ। ਉਸ ਵੇਲੇ ਫਿਰ ਮਤਲਬ ਮੈਂ ਜਿਹੜਾ ਵਿਰੋਧ ਕਰਦਾ ਸੀ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਉੱਤੇ, ਕਿਉਂਕਿ ਮੈਂ ਤਾਂ ਚਾਹੁੰਦਾ ਸੀਗਾ ਕਿ ਜਿੰਨਾ ਚਿਰ ਸਾਡਾ ਅਸੀਂ 700 ਕਿਸਾਨ ਸ਼ਹੀਦ ਕਰਵਾਇਆ ਜੀ, ਯੂਪੀ ਦੇ ਵਿੱਚ ਜਿੰਨੇ ਵੀ ਯੂਪੀ ਦੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦਾ ਕਾਨੂੰਨਾਂ ਨਾਲ ਕੋਈ ਮਤਲਬ ਨਹੀਂ ਸੀ, ਉਹਨਾਂ ਦਾ ਮੰਗ ਸੀਗੀ ਐਮਐਸਪੀ। ਹੁਣ ਜਿਹੜੇ ਉੱਥੇ 4-5 ਬੱਚੇ ਸ਼ਹੀਦ ਕਰਾਤੇ, ਨੌਜਵਾਨ ਗੱਭਰੂ ਜਵਾਕ ਅਗਲਿਆਂ ਦੇ, ਔਰ ਉਹ ਗਾਏ ਤਾਂ ਐਮਐਸਪੀ ਲੈਣਾ ਨਾ, ਤੇ ਐਮਐਸਪੀ ਤੋਂ ਅਸੀਂ ਭੱਜ ਕੇ ਆਏ ਆ। ਇਹ ਕਹਿੰਦੇ ਰਹੇ ਨੇ ਕੁਝ ਆਗੂਆਂ ਨੇ ਇਹ ਵੀ ਕਿਹਾ ਕਿ ਜੀ ਹਰਿਆਣੇ ਵਾਲੇ ਯੂਪੀ ਵਾਲੇ ਮੂਹਰੇ ਲੱਗ ਲੈਣ, ਇਹ ਮੂਹਰੇ ਲੱਗਣ, ਹੁਣ ਤੱਕ ਖਰਚ ਦਾ ਸਾਰਾ ਸਾਡਾ ਹੋ ਗਿਆ ਤੇ ਇਹਨਾਂ ਨੇ ਮੂਹਰੇ ਨਹੀਂ ਲੱਗੇ। ਇਹ ਜਿਹੀਆਂ ਗੱਲਾਂ ਜਿਹੜੀਆਂ ਇਹ ਕੋਈ ਕਰਨ ਵਾਲੀਆਂ ਗੱਲਾਂ ਹੁੰਦੀਆਂ, ਜਥੇਬੰਦੀਆਂ ਦੇ ਕਰਨ ਵਾਲੀਆਂ ਗੱਲਾਂ ਹੁੰਦੀਆਂ। ਪੈਸਾ ਤਾਂ ਲੋਕਾਂ ਦਾ ਸੀ, ਲੋਕ ਲਾ ਰਹੇ ਸੀਗੇ, ਇਹਨੂੰ ਪੰਜਾਬ ਦਾ ਪੈਸਾ ਮੰਨਣ ਵਾਲੀ ਗੱਲ ਹੀ ਮਤਲਬ ਵੈਸੇ ਹੀ ਨਹੀਂ ਵਾਜਬ ਸੀਗੀ ਗੱਲ ਇਹ। ਚਲੋ ਖੈਰ ਕੁੱਲ ਮਿਲਾ ਕੇ ਇੱਥੇ ਆ ਕੇ ਸਾਡਾ ਵਿਰੋਧ ਹੋਇਆ ਕਿ ਵੀ ਤਿੰਨੇ ਕਾਨੂੰਨ ਮੈਂ ਚਾਹੁੰਦਾ ਸੀਗਾ, ਤਿੰਨੇ ਕਾਨੂੰਨ ਵੀ ਰੱਦ ਹੋਣ ਤੇ ਐਮਐਸਪੀ ਦੀ ਗਰੰਟੀ ਵੀ ਹੋਵੇ। ਫਿਰ ਸਰਕਾਰ ਐਲਾਨ ਕਰਦੀ ਹੈ 19 ਤਰੀਕ ਨੂੰ ਤਿੰਨੇ ਕਾਨੂੰਨ ਰੱਦ ਕਰ ਦਿੰਦੀ ਹੈ। ਫਿਰ ਬੜੇ ਉਤਾਵਲੇ ਹੋ ਕੇ ਹੁਣ ਉੱਠੋ, ਫਟਾਫਟ ਉੱਠੋ ਇੱਥੋਂ। ਜਦੋਂ ਉੱਠੋ ਵਾਲੀ ਗੱਲ ਆਈ ਹੈ ਉਦੋਂ ਵੀ ਅਸੀਂ ਫਿਰ ਵਿਰੋਧ ਕਰਦੇ ਸੀ ਵੀ ਨਹੀਂ ਉੱਠਣਾ ਨਹੀਂ ਚਾਹੀਦਾ, ਹਜੇ ਸਾਡੇ ਪਰਚੇ ਬਾਕੀ ਹੈ, ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਾਕੀ ਹੈ। ਉਹ ਜਿਹੜਾ ਵਿਰੋਧ ਹੋਇਆ ਚੈਨਲਾਂ ਦੇ ਉੱਤੇ ਮੇਰੇ ਕੋਲੋਂ ਬੋਲੀਆਂ ਗਈਆਂ ਗੱਲਾਂ, ਇਹਨਾਂ ਨੂੰ ਇਹ ਲੱਗਾ ਵੀ ਡੱਲੇਵਾਲ ਸਾਡੀਆਂ ਮਤਲਬ ਪੋਲ ਖੋਲ ਰਿਹਾ ਹੈ, ਔਰ ਡੱਲੇਵਾਲ ਪੋਲ ਖੋਲ ਰਿਹਾ ਤੇ ਡੱਲੇਵਾਲ ਨੂੰ ਬਦਨਾਮ ਕਰਨ ਦਾ ਇੱਕ ਰਸਤਾ ਲੱਭਿਆ ਇਹਨਾਂ ਨੇ। ਉਹ ਲੱਭਿਆ ਇਹਨਾਂ ਨੇ ਕਿ ਇਹਨੂੰ ਕਹੋ ਜੀ ਆਰਐਸਐਸ ਦਾ ਬੰਦਾ ਹੈ। ਹੁਣ ਜਿਹੜੀ ਆਰਐਸਐਸ ਵਾਲੀ ਗੱਲ ਹੈ ਉਹਦੇ 'ਚ ਤੇ ਜਿਹੜੇ ਰਾਸ਼ਟਰੀ ਕਿਸਾਨ ਮਹਾਸੰਘ ਦਾ ਡੱਲੇਵਾਲ ਹਿੱਸਾ ਹੈ, ਡੱਲੇਵਾਲ ਤਾਂ ਅੱਜ ਹਿੱਸਾ ਹੈ, ਔਰ ਮੈਂ ਤਾਂ ਉਹਦਾ ਹਿੱਸਾ ਜਾ ਕੇ ਬਣਿਆ 17 ਤੋਂ ਬਾਅਦ, ਔਰ ਉਹਦਾ ਹਿੱਸਾ ਸਾਡੇ ਤੋਂ ਪਹਿਲਾਂ ਪਹਿਲੀ ਮੀਟਿੰਗ ਸਾਡੀ ਮੁਰਾਦਾਬਾਦ ਹੁੰਦੀ ਹੈ ਯੂਪੀ 'ਚ। ਉਹ ਜਿਹੜੀ ਮੁਰਾਦਾਬਾਦ ਮੀਟਿੰਗ ਹੁੰਦੀ ਹੈ ਮੈਂ ਪਹਿਲੀ ਮੀਟਿੰਗ ਅਟੈਂਡ ਕੀਤੀ ਹੈ, ਔਰ ਉਸ ਮੀਟਿੰਗ ਦੇ ਵਿੱਚ ਰਾਜੇਵਾਲ ਸਾਹਿਬ ਉਸ ਮੀਟਿੰਗ ਦੇ ਪ੍ਰਧਾਨ ਨੇ, ਉੱਥੇ ਪ੍ਰੈਸ ਨੂੰ ਸੰਬੋਧਨ ਕਰ ਰਹੇ ਨੇ, ਉਸੇ ਰਾਸ਼ਟਰੀ ਕਿਸਾਨ ਮਹਾਸੰਘ 'ਚ ਬੈਠੇ। ਤਾਂ ਕੀ ਫਿਰ ਜੇ ਡੱਲੇਵਾਲ ਉਸ ਰਾਸ਼ਟਰੀ ਕਿਸਾਨ ਮਹਾਸੰਘ ਦਾ ਹਿੱਸਾ ਹੋਣ ਕਰਕੇ ਆਰਐਸਐਸ ਦਾ ਬੰਦਾ ਹੈ ਤੇ ਫਿਰ ਰਾਜੇਵਾਲ ਸਾਹਿਬ ਖੁਦ ਕੀ ਨਹੀਂ ਹੋਣਗੇ? ਡੱਲੇਵਾਲ ਸਾਹਿਬ ਬੜਾ ਕਿਸਾਨੀ ਅੰਦੋਲਨ ਤੋਂ ਪੈਸੇ ਨੂੰ ਲੈ ਕੇ ਵੀ ਬੜੇ ਵਖਰੇਵੇਂ ਖੜੇ ਹੋਏ ਸੀ। ਕਿੰਨਾ ਪੈਸਾ ਇਕੱਠਾ ਹੋਇਆ ਸੀ ਸੰਯੁਕਤ ਕਿਸਾਨ ਮੋਰਚੇ ਨੂੰ, ਤੇ ਪੈਸਾ ਕਿੱਥੇ ਕਿੱਥੇ ਲੱਗਿਆ? ਦੇਖੋ ਮੈਂ ਇਹ ਬੜੀ ਤੁਸੀਂ ਵੱਡੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ, ਤੇ ਚੰਗੀ ਵੀ ਕੀਤੀ ਹੈ, ਇਹ ਹੋਣੀ ਵੀ ਚਾਹੀਦੀ ਹੈ।
ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਮੈਂ ਆਪਦੀ ਜਥੇਬੰਦੀ ਵੱਲੋਂ ਇਹ ਸਪਸ਼ਟ ਕਰਦਾ ਕਿ ਜਿਹੜਾ ਬਾਹਰ ਤੋਂ ਪੈਸਾ ਜਿਹੜਾ ਲੋਕਾਂ ਨੇ ਮੋਰਚੇ ਨੂੰ ਸਪੋਰਟ ਕੀਤੀ ਹੈ 1 ਰੁਪਈਆ ਵੀ ਅਸੀਂ ਨਹੀਂ ਸੀ ਫੜਦੇ। ਉਹ ਰੁਪਈਏ ਨੂੰ ਫੜਨ ਵਾਲੀ ਇੱਕ ਕਮੇਟੀ ਬਣੀ ਸੀ, ਉਹ ਕਮੇਟੀ ਪੈਸਾ ਫੜਦੀ, ਜਿਹਦੇ ਵਿੱਚ ਹਰਮੀਤ ਕਾਦੀਆਂ ਦੇ ਬੰਦੇ ਸੀ, ਜਿਹਦੇ ਵਿੱਚ ਕਿਰਤੀ ਵਾਲਿਆਂ ਦੇ ਬੰਦੇ ਸੀ, ਜਿਹਦੇ ਵਿੱਚ ਮਤਲਬ ਮਨਜੀਤ ਰਾਏ ਹੋਰੀ ਹੁੰਦੇ ਸੀ। ਇਹ ਕਮੇਟੀਆਂ ਹੁੰਦੀਆਂ ਸੀ, ਉਹ ਬੰਦੇ ਪੈਸੇ ਫੜਦੇ ਸੀ, ਸੰਭਾਲਦੇ ਸੀ, ਔਰ ਉਹਨਾਂ ਨੂੰ ਪੈਸਿਆਂ ਨੂੰ ਸੰਭਾਲਿਆ। ਕਿੰਨਾ ਹੈ ਜਿਹੜਾ ਨੇ ਰਿਕਾਰਡ ਤੇ ਸਾਨੂੰ ਤਾਂ ਲਾਸਟ ਤੇ ਜਿਹੜਾ ਦੱਸਦਾ ਵੀ ਇੰਨੇ ਰੁਪਏ ਹੋ ਗਏ। ਸਭ ਤੋਂ ਪਹਿਲੇ ਦਿਨ ਤਾਂ 10-10 ਹਜ਼ਾਰ ਰੁਪਈਆ ਸਾਰੀਆਂ ਜਥੇਬੰਦੀਆਂ ਨੇ ਪਾ ਕੇ ਮੋਰਚਾ ਸ਼ੁਰੂ ਕੀਤਾ ਸੀ ਉੱਥੇ, ਕਿਉਂਕਿ ਆਪਾਂ ਜਿੰਨੀਆਂ ਕੁ ਜਥੇਬੰਦੀਆਂ ਹੈਗੀਆਂ ਪੰਜਾਬ ਦੀਆਂ 3 ਲੱਖ ਰੁਪਏ ਦਾ ਪੰਜਾਬ ਦੀਆਂ ਜਥੇਬੰਦੀਆਂ ਨੇ ਇਕੱਠਾ ਕਰ ਲਿਆ, ਬਾਕੀ ਬਾਕੀਆਂ ਨੇ ਕੀਤਾ। ਹੁਣ ਉਹ ਉਦੋਂ ਬਾਅਦ ਲੋਕਾਂ ਨੇ ਮਤਲਬ ਉਹਦੀ ਸਪੋਰਟ ਦੇਣੀ ਸ਼ੁਰੂ ਕਰਤੀ, ਆਰਥਿਕ ਮਦਦ ਆਉਣੀ ਸ਼ੁਰੂ ਹੋ ਗਈ। ਫਿਰ ਆਰਥਿਕ ਮਦਦ ਜਦੋਂ ਆਈ ਕਾਫੀ ਆਈ, ਜਦੋਂ ਇਹ ਮਸਲਾ ਆ ਗਿਆ ਵਿੱਚ ਦੀ ਇੱਕ ਕਿ ਬਈ ਇਸ ਆਰਥਿਕ ਮਦਦ ਨੂੰ ਨਾ ਤਾਂ ਕੋਈ ਆਪਾਂ ਅਕਾਊਂਟ ਖੋਲ ਸਕਦੇ ਹਾਂ, ਅਕਾਊਂਟ ਖੋਲੀਏ ਤਾਂ ਕਿਵੇਂ ਖੋਲੀਏ, ਉਹਦੇ 'ਚ ਇੰਨਾ ਪੈਸਾ ਜਮ੍ਹਾਂ ਹੋਏਗਾ ਤਾਂ ਉਹਦੇ ਟੈਕਸਾਂ ਦੇ ਰੌਲੇ ਪੈਂਦੇ ਫਿਰਨਗੇ, ਇਹ ਲੋਕਾਂ ਦਾ ਰੁਪਈਆ, ਇਹਨੂੰ ਕਿਵੇਂ ਮਤਲਬ ਸੰਭਾਲੀਏ। ਇੱਕ ਆਦਮੀ ਕੋਲੇ ਮੰਨ ਲਓ 5 ਕਰੋੜ ਰੁਪਈਆ ਆ ਗਿਆ ਜਾਂ 4 ਕਰੋੜ ਰੁਪਈਆ ਆ ਗਿਆ ਜਾਂ 2 ਕਰੋੜ ਰੁਪਈਆ ਆ ਗਿਆ। ਹੁਣ ਉਹ ਜੇ ਕਿਸੇ ਬੰਦੇ ਕੋਲੇ 2 ਕਰੋੜ ਰੁਪਈਆ ਆਇਆ ਪਿਆ ਹੈ, ਉਹਦੀ ਤਾਂ ਨੀਂਦ ਹਰਾਮ ਹੈ, ਉਹ ਬੰਦਾ ਪੈ ਨਹੀਂ ਸਕਦਾ। ਪੈਸੇ ਸੰਭਾਲਦਾ ਸੀਗਾ ਹਰਮੀਤ ਕਾਦੀਆਂ। ਉਸ ਵੇਲੇ ਗੱਲ ਆਈ ਕਿ ਪੈਸਿਆਂ ਨੂੰ ਤੁਸੀਂ ਡਿਵਾਈਡ ਕਰ ਲਓ, ਸੰਭਾਲੋ, ਅੱਡੋ ਅੱਡੀ ਸਾਂਭੋ ਇਹਨਾਂ ਨੂੰ, ਤਾਂ ਕਿ ਜਿਵੇਂ ਜਿਵੇਂ ਲੋੜ ਪਏਗੀ ਉਵੇਂ ਆਪਾਂ ਕੱਢ ਕੇ ਉਹ 'ਚ ਮਤਲਬ ਇਸਤੇਮਾਲ ਕਰਦੇ ਰਹਾਂਗੇ। ਸਾਡੇ ਕੋਲੇ ਜਦੋਂ ਸਾਰਿਆਂ ਨੇ ਮਤਲਬ ਕਿਸੇ ਨੇ ਮਤਲਬ 20 ਲੱਖ ਸਾਂਭ ਲਿਆ, ਕਿਸੇ ਨੇ 15 ਲੱਖ ਸਾਂਭ ਲਿਆ, ਜਿੰਨੀ ਕਿਸੇ ਕੋਈ ਹਿੰਮਤ ਪਈ ਉਹਨੇ ਸਾਂਭ ਲਿਆ। ਅਖੀਰ 28 ਲੱਖ ਤੇ 44,010 ਰੁਪਈਏ ਉਸ ਦਿਨ ਮਤਲਬ ਇਹਨਾਂ ਕੋਲੇ ਬਾਕੀ ਬਚ ਗਏ, ਜਿਹਨੂੰ ਕਿਸੇ ਨੇ ਹਜੇ ਹੱਥ ਨਹੀਂ ਲਾਇਆ ਸੀ। ਫਿਰ ਇਹਨਾਂ ਨੇ ਸਾਨੂੰ ਜ਼ਬਰਦਸਤੀ ਕਿਹਾ ਵੀ ਡੱਲੇਵਾਲ ਸਾਹਿਬ ਆ ਰੁਪਈਏ ਤੁਸੀਂ ਸਾਂਭੋ। ਚਲੋ ਅਸੀਂ ਕਿਹਾ ਅਸੀਂ ਵੀ ਸਾਂਭ ਦਿੰਦੇ ਹਾਂ, ਉਹ ਰੁਪਈਏ ਸਾਂਭੇ। ਫਿਰ ਉਸ ਤੋਂ ਬਾਅਦ ਇੱਕ ਜਥੇਬੰਦੀ ਸਾਡੇ ਕੋਲੇ 25 ਲੱਖ ਰੁਪਈਆ ਹੋਰ ਜਮ੍ਹਾਂ ਕਰਾ ਗਈ, ਲੈ ਜੀ ਆ ਵੀ ਤੁਸੀਂ ਸਾਂਭ ਲਓ। ਮੈਂ ਫਿਰ ਸਾਡੇ ਵਾਸਤੇ ਤਾਪ ਚੜ ਗਿਆ ਹੋਈ ਵੀ ਹੁਣ ਪੈਂਦਾ 1.5 ਕਰੋੜ ਰੁਪਈਆ ਅਸੀਂ ਕਿੱਥੇ ਰੱਖਾਂਗੇ। ਉਹਨੂੰ ਅਸੀਂ 2 ਥਾਵਾਂ ਦੇ ਉੱਤੇ ਮਤਲਬ 2 ਆਦਮੀਆਂ ਕੋਲੇ ਉਹ ਅਮਾਨਤ ਸਮਾਤੀ। ਹੁਣ ਉਹ ਅਮਾਨਤ ਸਮਾਤੀ ਤੇ 1-1 ਰੁਪਈਆ ਮੈਂ ਸਾਡੇ ਡੈਲੀਗੇਟ ਇਜਲਾਸ ਦੇ ਵਿੱਚ, ਮੈਂ ਅੱਜ ਵੀ ਮੇਰੇ ਕੋਲ ਰਿਕਾਰਡ ਹੈਗਾ, ਮੈਂ ਤੁਹਾਨੂੰ ਦਿਖਾ ਸਕਦਾ ਤੁਹਾਡੇ ਚੈਨਲ ਦੇ ਰਾਹੀਂ। 1-1 ਰੁਪਈਆ ਅਸੀਂ ਕਿੰਨਾ ਅੰਦੋਲਨ ਤੋਂ ਵਿੱਚ ਜਿਹੜਾ ਆਰਥਿਕ ਤੌਰ ਤੇ ਲੋਕਾਂ ਨੇ ਮਦਦ ਕੀਤੀ, ਕਿੰਨਾ ਪੈਸਾ? ਮੈਂ ਉਹੀ ਗੱਲ ਦੱਸ ਰਿਹਾ। ਸਾਡੇ ਕੋਲੇ ਜਿਹੜਾ ਆਇਆ 53 ਲੱਖ ਰੁਪਈਆ ਮੈਨੂੰ ਫੜਾਇਆ, ਮੇਰੇ ਜਿੰਮੇ ਮੈਨੂੰ ਸਮਾਇਆ। ਉਹ 53 ਲੱਖ ਟੋਟਲ ਰੁਪਈਏ ਸਾਰੇ ਦੇ ਸਾਰੇ ਕੁਛ ਤਾਂ ਅਸੀਂ ਇਹਨਾਂ ਨੂੰ ਆਗੂਆਂ ਨੂੰ ਜਿੱਥੇ ਜਿੱਥੇ ਲੋੜ ਸੀ ਵਾਪਸ ਭੇਜਤੇ ਵੀ। ਮੰਨ ਲਓ IT ਸੈੱਲ ਨੂੰ ਦੇਣਾ ਹੈ 5,08,000 ਰੁਪਈਆ, ਉਹ ਅਸੀਂ ਉੱਥੋਂ ਮਤਲਬ ਭੇਜਿਆ ਵੀ ਜੋ ਫਲਾਣੇ ਥਾਂ 'ਤੇ ਸਾਡੇ ਕੋਲ ਬੰਦੇ ਪਏ ਆ, ਉਹਦੇ ਕੋਲੋਂ ਲੈ ਲਓ ਪੈਸੇ। ਰਾਸ਼ਨ ਇੱਥੇ ਮਤਲਬ ਲੰਗਰਾਂ ਦੇ ਵਿੱਚ ਲਗਭਗ 8,82,000 ਰੁਪਈਏ ਦਾ ਲੰਗਰਾਂ ਦੇ ਵਿੱਚ ਰਾਸ਼ਨ ਦਿੱਤਾ, ਉਹ ਸਾਰਾ ਕੁਝ ਸੰਭਾਇਆ। ਯਾਨੀ ਸਾਰੇ ਦੇ ਸਾਰੇ ਰੁਪਈਏ ਮੈਂ ਇੱਥੋਂ ਤੱਕ ਕਹਿ ਸਕਦਾ ਹਾਂ ਕਿ ਮੇਰੀ ਗੱਡੀ ਸਾਡੀ ਚੱਲਦੀ ਰਹੀ ਹੈ ਨਾ, 1 ਰੁਪਈਏ ਦਾ ਤੇਲ ਅਸੀਂ ਮਤਲਬ ਗੱਡੀ ਦੇ ਵਿੱਚ ਨਹੀਂ ਪਵਾਇਆ। ਉਹ ਪੈਸੇ ਉਹ ਇਮਾਨਤ ਹੈ, ਉਹ ਮੋਰਚੇ 'ਚ ਲੱਗਣੀ ਹੈ, ਔਰ ਲਾਈਵ ਨਹੀਂ ਕਿਤੇ ਅਸੀਂ, ਔਰ ਉਹਨੂੰ ਸਾਰੀ ਦੀ ਸਾਰੀ ਦਾ ਅਸੀਂ ਹਿਸਾਬ ਮਤਲਬ ਡੈਲੀਗੇਟ ਇਜਲਾਸ ਦੇ ਵਿੱਚ ਲੋਕਾਂ ਨੂੰ ਦੇਤਾ। ਔਰ ਅਸੀਂ 1 ਰੁਪਈਏ ਦੇ ਵੀ ਉਸ ਰੁਪਈਏ ਦੇ ਵਿੱਚੋਂ ਰਵਾਦਾਰ ਨਹੀਂ। ਦੂਜੀ ਗੱਲ, ਹੁਣ ਬਾਕੀ ਜਿਹੜੇ ਰੁਪਈਏ ਨੇ ਇਹਨਾਂ ਨੇ ਜਿਹੜਾ ਰਿਕਾਰਡ ਦਿਖਾਇਆ ਬੋਲੇ ਨੇ, ਇਹਨਾਂ ਨੇ ਦਿਖਾਇਆ 6 ਕਰੋੜ ਤੇ ਕੁਛ ਰੁਪਈਆ ਦਾ। ਇਹਦੇ ਉੱਤੇ ਕਮੇਟੀ ਬਣੀ ਵੀ ਹੈ, ਕਮੇਟੀ ਇਹਦਾ ਵਿਚਾਰ ਕਰ ਰਹੀ ਹੈ ਕਿ ਵੀ ਟੋਟਲ ਕਿੰਨਾ ਹਿਸਾਬ ਕਿਤਾਬ ਕਿੰਨਾ, ਕਿੱਥੇ ਕਿੱਥੇ ਕਿੰਨਾ ਖਰਚ ਹੋਇਆ, ਕਿੰਨਾ ਬਕਾਇਆ ਹੈ। ਉਹ ਸਾਰਾ ਬਕਾਏ ਦਾ ਮਤਲਬ ਮੈਨੂੰ ਲੱਗਿਆ ਇਹਨਾਂ ਨੇ ਦੱਸਿਆ ਸੀਗਾ ਉਹਦੇ ਕਿ ਜਿਹੜਾ ਸ਼ੈੱਡ ਵੇਚਿਆ, ਹੋਰ ਸਮਾਨ ਵੇਚੇ, 2 ਵੱਡੇ ਸ਼ੈੱਡ ਸੀ। ਡੱਲੇਵਾਲ ਸਾਹਿਬ, ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਵੱਡੇ ਰੂਪ ਦੇ ਵਿੱਚ ਚੱਲਿਆ, ਕਿਸਾਨ ਨੇ ਅੰਦੋਲਨ ਜਿੱਤਿਆ ਗਿਆ, ਤੁਹਾਨੂੰ ਲੱਗਦਾ ਵੀ ਉਹ ਰਿਜ਼ਲਟ ਸਹੀ ਆਇਆ? ਜਿਸ ਤਰੀਕੇ ਨਾਲ ਯੂਪੀ ਦੇ ਲੋਕ ਸਾਡੇ ਕਿਸਾਨਾਂ ਵੀਰਾਂ ਦੇ ਨਾਲ ਆ ਕੇ ਲੜੇ, ਉਹ MSP ਦੀ ਗਰੰਟੀ ਭਾਲਦੇ, ਕੀ ਲੱਗਦਾ ਸਰਕਾਰ ਉਹਨਾਂ MSP ਦੇ ਦੂਗੀ? ਤੁਹਾਨੂੰ ਲੱਗਦਾ ਵੀ ਕਿਸਾਨੀ ਅੰਦੋਲਨ ਉੱਥੋਂ ਚੱਕਣ ਦੇ ਵਿੱਚ ਫਿਰ ਵੀ ਕਾਹਲੀ ਕਰ ਗਏ? ਐਡਾ ਵੱਡਾ ਮੋਰਚਾ ਜਿੱਤ ਕੇ ਵੀ ਅਸੀਂ ਕਾਹਲੀ ਕਰ ਗਏ? ਇੱਕ ਬਹੁਤ ਵੱਡੀ ਗੱਲ ਹੈ ਇਹ ਜਿਹੜੀ ਤੁਸੀਂ ਹੁਣ ਕੀਤੀ ਹੈ, ਕਿਉਂਕਿ ਦੇਖੋ 2 ਗੱਲਾਂ ਨੇ ਇਹਦੇ 'ਚ। ਅਸੀਂ ਜਿੱਤੇ ਤਾਂ ਬਹੁਤ ਕੁਛ ਹਾਂ, ਇਹ ਨਹੀਂ ਹੈ ਕਿ ਮੈਂ ਅਸੀਂ ਉੱਥੋਂ ਕੁਛ ਹਾਸਲ ਨਹੀਂ ਕਰਕੇ ਆਏ। ਇਹਨੂੰ ਇਹ ਮੰਨ ਲੈਣਾ ਚਾਹੀਦਾ ਕਿ ਜਿੰਨਾ ਚਿਰ ਪੰਜਾਬ ਤੇ ਹਰਿਆਣਾ ਜਿਸ ਲਗਨ ਦੇ ਨਾਲ ਇਹ ਮੋਰਚਾ ਲੜੇ ਹੈ ਤੇ ਪੂਰੀਆਂ ਬਾਹਰਲੀਆਂ ਸਟੇਟਾਂ ਨੇ ਥੋੜਾ ਦਿੱਤਾ ਬਹੁਤਾ ਦਿੱਤਾ ਸਹਿਯੋਗ ਦਿੱਤਾ, ਇਸ ਏਕਤਾ ਨੇ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ। ਔਰ ਸਰਕਾਰ ਦੇ ਕੋਲੇ ਅਸੀਂ 3 ਕਾਨੂੰਨ ਰੱਦ ਕਰਨ ਦੇ ਉੱਤੇ ਲੱਤੜਾ ਕੇ ਖੜ ਗਏ ਤੇ ਉਹ ਮਨਵਾ ਕੇ ਹਟੇ ਅਸੀਂ। ਸਰਕਾਰ ਹੁਣ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਹੈ ਵੀ ਛੇਤੀ ਕੀਤੀ ਇਹਨਾਂ ਕੁਛ ਜਿੱਤ ਕੇ ਵੀ, ਉਹ 100% ਹੋਈ ਹੈ, ਕਿਉਂਕਿ ਸਰਕਾਰ ਨੇ, ਭਾਰਤ ਸਰਕਾਰ ਨੇ ਆਪਣੇ ਨਾਲ 46 ਮੁਲਕ ਹੋਰ ਐਗਰੀ ਕਰ ਲਏ ਸੀਗੇ, ਜਿਨ੍ਹਾਂ ਨੇ ਸਹਿਮਤੀ ਦੇਤੀ ਸੀਗੀ ਕਿ ਆਪਾਂ ਇੱਕ ਰੈਜੂਲੇਸ਼ਨ ਮੂਵ ਕਰੋ ਆਪਣੀ ਦੇ ਵਿੱਚ WTO 'ਚ,
ਔਰ ਉੱਥੋਂ ਪਰਮਿਸ਼ਨ ਲਈਏ ਕਿ ਅਸੀਂ ਆਪਦੇ ਕਿਸਾਨਾਂ ਨੂੰ MSP ਦੀ ਗਰੰਟੀ ਦੇਣੀ ਹੈ। ਕਿਉਂਕਿ ਜਿਹੜੀ MSP ਦੀ ਗਰੰਟੀ ਨਾ ਮਿਲਣ ਵਾਲੀ ਆ, ਜਿਹੜਾ ਅੜਿੱਕਾ ਪਿਆ ਹੋਇਆ ਹੈ ਜਾਂ MSP ਤੋਂ ਸਰਕਾਰ ਦੇ ਭੱਜਣ ਵਾਲਾ ਜਿਹੜੇ ਛੜਯੰਤਰ ਹੋ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ, ਇਹਦੇ ਮਗਰਲੇ ਪਾਸੇ ਕਾਰਨ ਇਹ ਹੈ ਕਿ WTO ਵਾਲਾ ਜਿਹੜਾ ਗੈਟ ਦਾ ਸਮਝੌਤਾ, ਗੈਟ ਜਿਹਦਾ ਨਾਂ ਹੈ, ਉਹਦੇ ਵਿੱਚ ਲਿਖਿਆ ਹੈ ਕਿ ਭਾਰਤ ਆਪਦੇ ਕਿਸਾਨਾਂ ਨੂੰ MSP ਜਾਂ ਮਤਲਬ ਜਿਹੜੀ ਸਬਸਿਡੀ ਦਿੰਦਾ ਹੈ, ਇਹ ਕਿਸੇ ਤਰ੍ਹਾਂ ਦੀ ਮਦਦ ਨਹੀਂ ਦੇਗਾ। ਇਹ ਉਹਦੇ 'ਚ ਲਿਖੀਆਂ ਨੇ ਗੱਲਾਂ, ਇਹ ਉਹਦੇ 'ਚੋਂ ਹੀ ਪਰਮਿਸ਼ਨ ਇਹਨਾਂ ਨੂੰ ਲੈਣੀ ਪੈਣੀ ਹੈ। ਉਧਰ ਨੂੰ ਸਰਕਾਰ ਮੂਵ ਕਰ ਗਈ ਸੀ ਰੈਜੂਲੇਸ਼ਨ ਭੇਜਣ ਵਾਲੇ ਪਾਸੇ ਨੂੰ। ਅਗਰ ਅਸੀਂ ਤਕੜੇ ਹੋ ਕੇ ਬੈਠੇ ਰਹਿੰਦੇ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਮਤਲਬ ਉਹ ਲੈਣ 'ਚ ਸਫਲ ਹੋ ਜਾਂਦੇ। ਇੱਥੇ ਜ਼ਰੂਰ 100% ਮੈਂ ਤੇ ਡੰਕੇ ਦੀ ਚੋਟ ਤੇ ਕਹਿ ਰਿਹਾ, ਮੈਂ ਤਾਂ ਰੌਲਾ ਪਾ ਰਿਹਾ, ਮੈਂ ਉਦੋਂ ਵੀ ਦੁਹਾਈ ਪਿੱਟ ਰਿਹਾ ਸੀ ਕਿ ਯਾਰ ਕਾਲ ਕਰ ਰਹੇ ਹੋ ਤੁਸੀਂ, ਨਾ ਕਾਲ ਕਰੋ, ਕਿਉਂਕਿ ਹਰਿਆਣਾ ਤੇ UP ਸਾਡੇ ਕਿਸਾਨਾਂ ਦੀ, ਸਾਡੇ ਲੋਕਾਂ ਦੀ ਕੋਈ ਗਲਤੀ ਨਹੀਂ। ਡਾਲੇਵਾਲ ਸਾਹਿਬ, ਇਹ ਸਾਰੀਆਂ ਗਲਤੀਆਂ ਜਿਹੜੇ ਕਿਸਾਨ ਆਗੂਆਂ ਦੀਆਂ ਕੀਤੀਆਂ ਹੋਈਆਂ ਨੇ, ਤੁਸੀਂ ਇਹ ਗੱਲ ਮੰਨਦੇ ਹੋ? ਬਿਲਕੁਲ ਬਿਲਕੁਲ। ਲੋਕ ਤਾਂ ਦਿਲ ਰਾਜੇ ਨਾਲ ਬੈਠੇ ਸੀ। ਲੋਕਾਂ ਨੇ ਤਾਂ ਇੱਥੋਂ ਤੱਕ, ਜੇ ਹੁਣ ਲੋਕਾਂ ਦੀ ਗੱਲ ਕਰੀਏ ਨਾ ਜੀ, ਲੋਕਾਂ ਨੇ ਤਾਂ ਇੱਥੋਂ ਤੱਕ ਫੈਸਲੇ ਕਰ ਲਏ ਕਿ ਜਿਹੜੇ ਆਗੂ ਉੱਥੋਂ ਭੱਜਣ ਦੀ ਤਿਆਰੀ ਕਰ ਰਹੇ ਆ, ਬਹੁਤ ਸਾਰੇ ਲੋਕਾਂ, ਜਦੋਂ ਮੈਂ ਸਟੈਂਡ ਲੈਂਦਾ ਸੀਗਾ ਨਾ ਵੀ ਮੈਂ ਨਹੀਂ ਭੱਜਣਾ, ਅਸੀਂ ਜਾਣਾ ਨਹੀਂ, ਬਹੁਤ ਸਾਰੇ ਲੋਕ ਮੇਰੇ ਕੋਲੇ ਉੱਥੇ ਆਏ ਚੱਲ ਕੇ ਕਿ ਜੀ ਅਸੀਂ, ਸਾਨੂੰ ਆਪਦੀ ਜਥੇਬੰਦੀ ਦਾ ਝੰਡਾ ਦਿਓ, ਅਸੀਂ ਜੋ ਜਥੇਬੰਦੀ ਛੱਡ ਕੇ ਜੀ ਤੁਹਾਡੀ ਜਥੇਬੰਦੀ ਨਾਲ ਰਲਣਾ ਹੈ। ਹੁਣ ਜੇ ਇਹਦਾ ਮਤਲਬ ਲੋਕਾਂ ਦਾ ਕੋਈ ਕਸੂਰ ਨਹੀਂ, ਜਥੇਬੰਦੀ 'ਚ ਲੋਕ ਕਿਸੇ 'ਚ ਫਿਰਦੇ ਸੀਗੇ, ਲੋਕ ਸਾਰੇ ਉੱਥੇ ਲੜਨਾ ਚਾਹੁੰਦੇ ਸੀ। ਇਹ ਸਿਰਫ ਆਗੂਆਂ ਨੂੰ ਹੀ ਉਤਾਵਲਾਪਣ ਸੀਗਾ, ਆਗੂਆਂ ਨੂੰ ਹੀ ਕਾਹਲ ਸੀ। ਕਾਹਲ ਕੀ ਸੀਗੀ ਹੁਣ ਆਪਾਂ ਨੂੰ ਬਾਅਦ 'ਚ ਵੇਖ ਲਿਆ ਸਾਰਿਆਂ ਨੇ ਕਿ ਇਲੈਕਸ਼ਨ ਲੜਨ ਦੀ ਇੱਕ ਬਹੁਤ ਵੱਡੀ ਕਾਹਲ ਸੀਗੀ, ਜਿਹਦੇ ਕਰਕੇ ਇਹ ਮਤਲਬ ਹੋਇਆ। ਹੁਣ ਦੂਜੀ ਗੱਲ, ਇੱਕ ਗੱਲ ਹੋਰ ਵੀ ਹੈ, ਕੁਝ ਲੋਕ ਸਾਡੇ ਵਿੱਚ ਗੈਟ ਪੱਖੀ ਵੀ ਬੈਠੇ ਸੀਗੇ। ਹੁਣ ਜੇ ਗੈਟ ਕਹਿੰਦਾ ਕਿ MSP ਨਹੀਂ ਦੇਣੀ ਦੇਸ਼ ਦੇ ਕਿਸਾਨਾਂ ਨੂੰ, ਤੇ ਇਸ ਕਿਸਾਨ MSP ਦੀ ਗਰੰਟੀ ਮੰਗ ਰਿਹਾ ਹੈ, ਸਰਕਾਰ ਨੂੰ ਅੰਦੋਲਨ ਨੇ ਮਜਬੂਰ ਕਰ ਲਿਆ ਕਿ MSP ਦੇ ਲੈਣ ਵਾਸਤੇ ਤੁਸੀਂ ਤਿਆਰੀ ਕਰੋ, ਤੁਸੀਂ ਲਿਖ ਕੇ ਭੇਜੋ। ਸਰਕਾਰ ਨੂੰ ਮਜਬੂਰ ਕਰ ਲਿਆ ਨਾ ਕਿ ਲਓ ਤੁਸੀਂ ਉਹਦੇ ਤੋਂ ਗੈਟ ਤੋਂ ਮਨਜ਼ੂਰੀ ਲਓ। ਹੁਣ ਜਦੋਂ ਗੈਟ ਤੋਂ ਮਨਜ਼ੂਰੀ ਆਉਂਦੀ ਦੀ ਸੀ ਹੈ, ਉਦੋਂ ਜਿਹੜੇ ਲੋਕ ਸਾਡੇ ਗੈਟ ਪੱਖੀ ਸੀਗੇ, ਉਦੋਂ ਉਹਨਾਂ ਦੇ ਮਨ 'ਚ ਵੀ ਇਹ ਲੱਗਿਆ ਕਿ ਕਿਸਾਨਾਂ ਨੂੰ ਹੁਣ ਮਤਲਬ ਸਰਕਾਰ MSP ਦੀ ਗਰੰਟੀ। ਐਡਾ ਵੱਡਾ ਅੰਦੋਲਨ ਜਿੱਤ ਕੇ ਪੰਜਾਬ ਦੇ ਵਿੱਚ ਆ ਕੇ ਜ਼ੀਰੋ ਹੋ ਗਈ, ਗੱਲ ਮੰਨਦੇ ਹੋ? ਮੈਂ ਤਾਂ ਸਮਝੂੰਗਾ ਜੀ ਪੰਜਾਬ 'ਚ ਆ ਕੇ ਤਾਂ ਜਿਹੜਾ ਜ਼ੀਰੋ ਹੋ ਗਏ। ਅਸੀਂ ਇਹ ਸ਼ੁਕਰ ਕਰੀਏ ਕਿ ਸਾਡੇ ਵਰਗਿਆਂ ਨੂੰ ਭਾਵੇਂ ਸਿਰ ਫਿਰਿਆ ਹੀ ਕਹਿ ਰਹੇ ਨੇ ਕੁਝ ਲੋਕ, ਟਿੱਪਣੀਆਂ ਬੜੀਆਂ ਕਰਦੇ ਆ, ਸਿਰ ਫਿਰਿਆ ਲੀਡਰ ਹੈ, ਇਹ ਹੈ ਉਹ ਹੈ, ਫਲਾਣਾ ਤਿਉਂ ਹੈ, ਮੈਂ ਸੁਣਦਾ। ਪਰ ਮੈਂ ਇਹ ਸਮਝਦਾ ਕਿ ਜੇ ਮੈਂ ਵੀ ਇਹਨਾਂ ਦੇ ਮਗਰ ਲੱਗ ਕੇ ਇਹ ਕਹਿ ਦਿੰਦਾ ਨਾ ਕਿ ਹਾਂ ਜੀ ਅਸੀਂ ਪੰਜਾਬ ਵਾਲੇ ਤਾਂ ਚੱਲੇ ਆ, ਸਾਡੇ ਤਾਂ 3 ਕਾਨੂੰਨ ਰੱਦ ਹੋ ਗਏ, ਮੇਰਾ ਖਿਆਲ ਹੈ ਪੰਜਾਬੀਆਂ ਨੂੰ ਲੋਕਾਂ ਨੇ ਗਦਾਰ ਕਹਿਣਾ ਸੀ। ਲੋਕਾਂ ਨੇ ਇਹ ਚੀਜ਼ ਦੇ ਟੈਗ ਲਾਉਣੇ ਸੀਗੇ ਕਿ ਇਹ ਤਾਂ ਆਪਦਾ ਕੰਮ ਕੱਢਣ ਆਏ ਸੀਗੇ, 3 ਕਾਨੂੰਨ ਰੱਦ ਹੋ ਗਏ ਜੀ, ਉਹ ਚੱਲੇ ਆ, ਸਾਡੇ ਜਵਾਕ ਮਰਵਾਤੇ। ਉਹ ਜੇਕਰ ਪੰਜਾਬੀਆਂ ਦਾ ਮਾਣ, ਪੰਜਾਬੀਆਂ ਦਾ ਸਤਿਕਾਰ ਪੂਰੇ ਦੇਸ਼ ਦੇ ਵਿੱਚ ਬਹਾਲ ਰਿਹਾ ਹੈ, ਉਹ ਸਿਰਫ ਸਾਡੇ ਵਰਗਿਆਂ ਦੇ ਉੱਥੇ ਸਟੈਂਡ ਲੈਣ ਨਾਲ, ਜਾਂ ਲੋਕ ਜਿਹੜੇ ਦ੍ਰਿੜ ਇਰਾਦੇ ਨਾਲ ਬੈਠੇ ਸੀਗੇ। ਸੈਂਕੜੇ ਲੋਕਾਂ ਨੇ ਮੈਨੂੰ ਆ ਕੇ ਕਿਹਾ ਕਿ ਅਸੀਂ ਪ੍ਰਧਾਨ ਜੀ ਤੁਹਾਡੇ, ਜੇ ਹੁਣ MSP ਸਰਕਾਰ ਨਹੀਂ ਦਿੰਦੀ ਫਿਰ ਕੀ ਅੰਦੋਲਨ ਸ਼ੁਰੂ ਹੋਊਗਾ? ਦੇਖੋ ਅੰਦੋਲਨ ਤਾਂ ਕਰਨਾ ਪਏਗਾ। ਕੀ ਲੱਗਦਾ ਉਸੇ ਰੂਪ 'ਚ ਅੰਦੋਲਨ ਖੜਾ ਹੋ ਜਾਊਗਾ ਜਿਸ ਰੂਪ ਦੇ ਵਿੱਚ ਪਹਿਲਾਂ ਅੰਦੋਲਨ ਖੜਾ ਹੋਇਆ? ਮੈਨੂੰ ਲੱਗਦਾ ਹੈ ਕਿ ਮੁਸ਼ਕਲਾਂ ਤਾਂ ਆਉਣਗੀਆਂ, ਪਰ ਇਹ ਵੀ ਕੋਈ ਗੱਲ ਨਹੀਂ ਹੈ ਕਿ ਵੀ ਅੰਦੋਲਨ ਉੱਠੂਗਾ ਨਹੀਂਗਾ। ਦੇਖੋ ਤੁਸੀਂ ਕੀ ਨੋਟ ਕਰਿਓ ਗੱਲ, ਇਹਨਾਂ ਨੂੰ ਗਵਰਨਰ ਨੇ ਮਿਲਣ ਦਾ ਟਾਈਮ ਨਹੀਂ ਦਿੱਤਾ। ਮੈਂ ਕਿਸੇ ਦੀ ਵਾਧੇ ਘਾਟੇ ਦੀ, ਕਿਸੇ ਦੀ ਬਦਨਾਮੀ ਕਰਨ ਵਾਲੀ ਗੱਲ ਨਹੀਂ ਕਰਦਾ, ਮੈਂ ਇੱਕ ਮਿਸਾਲ ਦੇ ਤੌਰ ਤੇ ਗੱਲ ਕਰਦਾ। ਸਾਨੂੰ ਇਹ ਆਇਆ ਗੱਲ ਵੀ ਯਾਰ ਬੜੀ ਮਾੜੀ ਗੱਲ ਕੀਤੀ ਗਵਰਨਰ ਨੇ, ਤੂੰ ਸਾਡਾ ਮਾਲਕ ਆ ਪੰਜਾਬ ਦਾ, ਇਸ ਵੇਲੇ ਬਣ ਕੇ ਬੈਠਾ ਹੈ, ਇਹ ਤਾਂ ਬਹੁਤ ਮਾੜੀ ਗੱਲ ਹੈ। ਸਾਡੇ ਵਿੱਚ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਤੂੰ ਕੜੀ ਹੈ, ਤੇਰਾ ਫਰਜ਼ ਬਣਦਾ ਸਾਡੀ ਗੱਲ ਨੂੰ, ਮਤਲਬ ਲੋਕਾਂ ਦੀ ਗੱਲ ਨੂੰ ਉੱਥੇ ਲੈ ਕੇ ਜਾਣਾ, ਔਰ ਤੂੰ ਸਾਡਾ ਮੰਗ ਪੱਤਰ ਵੀ ਨਹੀਂ ਲੈ ਰਿਹਾ। ਅਸੀਂ ਉਸ ਨਾਰਾਜ਼ਗੀ 'ਚੋਂ ਇੱਕ ਵੱਡਾ ਇਕੱਠ ਰੱਖਣ ਦਾ ਪ੍ਰੋਗਰਾਮ ਬਣਾਇਆ ਸੀ 25 ਤਰੀਕ ਦਾ, 25 ਆਪਣਾ ਮਾਰਚ ਨੂੰ। ਔਰ ਸਾਡਾ ਇਹ ਸੀਗਾ ਕਿ ਗੱਲ ਅਸੀਂ ਜਾਂ ਤਾਂ ਗਵਰਨਰ ਆ ਕੇ ਮੰਗ ਪੱਤਰ ਇੱਥੇ ਲਵੇ, ਜਾਂ ਫਿਰ ਸਾਨੂੰ ਮੀਟਿੰਗ ਦੇਵੇ, ਸਾਰੇ ਦੇ ਸਾਰੇ ਮੀਟਿੰਗ 'ਚ ਜਾਵਾਂਗੇ। ਨਹੀਂ ਦੋਨੇ ਕੰਮ ਕਰਨੇ ਗਵਰਨਰ ਨੇ, ਕਿਉਂਕਿ ਗਵਰਨਰ ਨੇ ਨਹੀਂ ਨਾ ਕੀਤੇ ਸੀਗੇ, ਨਾ ਤਾਂ ਇਹਨਾਂ ਦਾ ਮੰਗ ਪੱਤਰ ਲੈਣ ਆਇਆ, ਨਾ ਇਹਨਾਂ ਬਾਈਆਂ ਨੂੰ ਅੰਦਰ ਵੜਨ ਦਿੱਤਾ। ਸਾਡਾ ਇਹ ਸੀਗਾ ਕਿ ਅਸੀਂ ਜਾਣਾ ਹੈ, ਅਸੀਂ ਜਦ ਇਹਨਾਂ ਦੀ ਜਿਹੜੀ ਇਹਨਾਂ ਦੀ ਇਨਸਲਟ ਕੀਤੀ ਹੈ ਉਹਦਾ ਅਸੀਂ ਗਵਰਨਰ ਨੂੰ ਅਕਲ ਦੇਣੀ ਹੈ। ਔਰ ਸਾਡਾ ਅਗਲਾ ਪ੍ਰੋਗਰਾਮ ਇਹ ਸੀਗਾ, ਤੁਹਾਡੇ ਮਾਧਿਅਮ ਤੋਂ ਅੱਜ ਮੈਂ ਦੱਸਦਾ, ਅਸੀਂ ਉਦੋਂ ਤਾਂ ਗੱਲਾਂ ਕੁਛ ਮਤਲਬ ਸਾਨੂੰ ਅੰਡਰਗਰਾਊਂਡ ਰੱਖਣੀਆਂ ਪੈਂਦੀਆਂ, ਕਿਉਂਕਿ ਜੇ ਪਹਿਲਾਂ ਹੀ ਅਸੀਂ ਬਾਹਰ ਕੱਢ ਦਈਏ ਤੇ ਕਈ ਵਾਰੀ ਯੂਥ ਫਿਰ ਮਤਲਬ ਅਨਕੰਟਰੋਲ ਹੋ ਜਾਂਦਾ ਹੈ। ਸਾਡਾ ਉਹਦੇ ਪ੍ਰੋਗਰਾਮ ਇਹ ਸੀਗਾ ਕਿ ਅਸੀਂ ਜੇਕਰ ਨਾ ਗੱਲ ਮੰਨੀ ਦੋਨੇ ਗੱਲਾਂ 'ਚੋਂ ਕੋਈ, ਤਾਂ ਅਸੀਂ ਫਿਰ ਗਵਰਨਰ ਹਾਊਸ ਦਾ ਘਿਰਾਓ ਕਰਾਂਗੇ।
ਔਰ ਉਨੀ ਦੇਰ ਤੱਕ ਘਰਾਓ ਰੱਖਾਂਗੇ ਜਿੰਨਾ ਚਿਰ ਗਵਰਨਰ ਫਿਰ ਬਾਹਰ ਆ ਕੇ ਸਾਡਾ ਮੰਗ ਪੱਤਰ ਨਹੀਂ ਦਿੰਦਾ। ਸੋ ਸਾਡੀ ਪਲਾਨਿੰਗ ਇਹ ਸੀ। ਮੇਰਾ ਕਹਿਣ ਦਾ ਭਾਵ ਹੈ ਉਸ ਪ੍ਰੋਗਰਾਮ ਵਾਸਤੇ ਤੁਸੀਂ ਦੇਖਿਆ ਨਾ 25 ਤਰੀਕ ਨੂੰ ਲੋਕ ਗਏ ਆ ਨਾ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਜਾ ਕੇ ਸ਼ਮੂਲੀਅਤ ਕੀਤੀ ਹੈ। ਇੱਥੇ ਜਥੇਬੰਦੀ ਕਿਸੇ ਦੇ ਬੰਦੇ ਵੱਧ ਚਲੇ ਗਏ, ਕਿਸੇ ਦੇ ਬੰਦੇ ਘੱਟ ਚਲੇ ਗਏ, ਇਹ ਨਹੀਂ ਆਪਾਂ ਇਧਰਲੇ ਪਾਸੇ ਨਹੀਂ ਜਾਣਾ, ਲੇਕਿਨ ਲੋਕ ਗਏ, ਪਬਲਿਕ ਗਈ। ਪਬਲਿਕ ਲੜਾਈ ਲੜਨਾ ਚਾਹੁੰਦੀ ਹੈ, ਅੱਜ ਵੀ ਲੜੇਗੀ, ਕੱਲ ਵੀ ਲੜੇਗੀ। ਐਮਐਸਪੀ ਲੋਕ ਮਹਿਸੂਸ ਕਰਦੇ ਆ ਕਿ ਐਮਐਸਪੀ ਮਿਲਣੀ ਚਾਹੀਦੀ ਹੈ। ਹਾਂ ਇਹ ਜ਼ਰੂਰ ਹੈ ਕਿ ਸਵਾਲ ਕਿੰਨਾ ਸਮਾਂ ਬਹੁਤ ਸਮਾਂ ਹੋ ਗਿਆ। ਸਵਾਮੀਨਾਥਨ ਰਿਪੋਰਟ ਨੂੰ ਵੀ ਬਹੁਤ ਸਮਾਂ ਹੋ ਗਿਆ ਲਾਗੂ ਹੋਊਗੀ, ਲਾਗੂ ਕਰਨ ਦੀ ਬਜਾਏ ਉਹਦੇ ਵਿੱਚ ਘਾਟਾ, ਜਿਹੜੀਆਂ ਸੁਧਾਂ ਦੀ ਬਜਾਏ ਉਹਦੇ ਵਿੱਚ ਵਾਧਾ ਕਰਨ ਦੀ ਜੇ ਘਾਟਾ ਹੋ ਰਹੀਆਂ ਨੇ। ਨਹੀਂ ਉਹਦੇ 'ਚ ਇਹ ਹੈ ਜੀ ਗੱਲ, ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿੰਨਾ ਸਮਾਂ ਤਾਂ ਜ਼ਰੂਰ ਇਹ ਦੁਬਾਰਾ ਅੰਦੋਲਨ ਖੜਾ ਕਰਨਾ ਹੈ। ਇਹ ਜਿਹੜਾ ਵਿਸ਼ਵਾਸ ਟੁੱਟਿਆ ਹੈ, ਪਹਿਲਾਂ ਤਾਂ ਪੰਜਾਬ 'ਚ ਵੀ ਵਿਸ਼ਵਾਸ ਟੁੱਟਿਆ, ਫਿਰ ਅਦਰ ਸਟੇਟਾਂ ਦੇ ਵਿੱਚ ਸਾਡਾ ਵਿਸ਼ਵਾਸ ਟੁੱਟਿਆ। ਅਦਰ ਸਟੇਟਾਂ ਦੇ ਵਿੱਚ ਅਸੀਂ ਆਪਦਾ ਵਿਸ਼ਵਾਸ ਬਹਾਲ ਕਰ ਪਾਉਣੇ ਕਿ ਨਹੀਂ ਕਰ ਪਾਉਂਦੇ। ਅਦਰ ਸਟੇਟਾਂ ਸਾਡੇ ਨਾਲ ਸਹਿਮਤ ਨਹੀਂ ਹੁੰਦੀਆਂ, ਇਸ ਅੰਦੋਲਨ ਦੇ ਸਾਡੇ ਵਿਸ਼ਵਾਸ ਨਹੀਂ ਕਰਦੀਆਂ ਸਾਡੇ ਤੇ, ਫਿਰ ਸਾਡਾ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਉੱਤੇ ਲੜਾਈ ਕਤਈ ਨਹੀਂ ਲੜੀ ਜਾ ਸਕਦੀ ਤੇ ਕਤਈ ਨਹੀਂ ਜਿੱਤੀ ਜਾ ਸਕਦੀ। ਉਹ ਲੜਾਈ ਨੂੰ ਜਿੱਤਣ ਵਾਸਤੇ ਬਾਹਰਲੀਆਂ ਸਟੇਟਾਂ ਨੂੰ ਨਾਲ ਲੈਣਾ ਬਹੁਤ ਜ਼ਰੂਰੀ ਹੈ। ਉਹਦੇ ਤੇ ਅਸੀਂ ਵਰਕ ਕਰ ਰਹੇ ਹਾਂ। ਬਿਲਕੁਲ। ਡੱਲੇਵਾਲ ਸਾਹਿਬ, ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜੇ ਹੈਗੇ ਨੇ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਲੈਕਸ਼ਨਾਂ ਤੋਂ ਪਹਿਲਾਂ, ਵੋਟਾਂ ਤੋਂ ਪਹਿਲਾਂ ਅਨੇਕਾਂ ਉਮੀਦਵਾਰ, ਅਨੇਕਾਂ ਉਦੋਂ ਉਸ ਸਮੇਂ ਦੇ ਜਿਹੜੇ ਐਮਐਲਏ ਸੀ ਕਹਿੰਦੇ ਸੀ ਕਿ ਜਿਸ ਦਿਨ ਸਾਡੀ ਸਰਕਾਰ ਬਣ ਗਈ ਅਸੀਂ ਐਮਐਸਪੀ ਦੇਵਾਂਗੇ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਨੀਅਤ ਤਾਂ ਹਜੇ ਫੱਟ ਦੇਣੇ ਕੋਈ ਗੱਲ ਕਰਨੀ ਠੀਕ ਨਹੀਂ ਗੀ, ਪਰ ਇਹਨਾਂ ਦੇ ਕੋਲੋਂ ਪ੍ਰਬੰਧ ਹੀ ਨਹੀਂ ਹੋ ਸਕਣੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਸਾਰਾ ਕੁਝ ਕਰਨ ਦੀ ਲੋੜ ਪੈਣੀ ਹੈ। ਬਹੁਤ ਚੰਗੀ ਗੱਲ ਹੋਈ ਹੈ, ਸਾਡੇ ਨਾਲ ਮੀਟਿੰਗ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਦੀ, ਮੁੱਖ ਮੰਤਰੀ ਦੀ, ਔਰ ਉਸ ਮੀਟਿੰਗ ਦੇ ਵਿੱਚ ਸਾਡੇ ਨਾਲ ਇਹਨਾਂ ਨੇ ਇਹ ਗੱਲਾਂ, ਤਿੰਨ ਗੱਲਾਂ ਬੜੀਆਂ ਚੰਗੀਆਂ ਲੱਗੀਆਂ। ਇੱਕ ਤਾਂ ਇਹਨਾਂ ਨੇ ਇਹ ਕਿਹਾ ਕਿ ਅਸੀਂ ਐਮਐਸਪੀ ਦੇਵਾਂਗੇ, ਅਸੀਂ ਉਹਨਾਂ ਲੋਕਾਂ ਨੂੰ ਐਮਐਸਪੀ ਦੇਵਾਂਗੇ। ਦੇਖੋ, ਇਹ ਪਾਣੀ ਬਚਾਉਣ ਦੀ ਗੱਲ ਕੀਤੀ ਉਹਨਾਂ ਨੇ, ਮੈਨੂੰ ਬੜੀ ਚੰਗੀ ਲੱਗੀ ਗੱਲ ਉਹਨਾਂ ਦੀ। ਉਹ ਕਹਿੰਦੇ ਜਿਹੜੇ ਲੋਕ ਮੂੰਗੀ ਬੀਜ ਲੈਣਗੇ ਪਹਿਲਾਂ, ਔਰ ਇਸ ਮੂੰਗੀ ਦੇ ਉੱਤੇ ਵੀ ਐਮਐਸਪੀ ਦੇਵਾਂਗੇ, ਜਿਹੜੇ ਲੋਕ ਮੱਕੀ ਦੀ ਖੇਤੀ ਕਰਨਗੇ ਉਹਨਾਂ ਨੂੰ ਮੱਕੀ ਦੇ ਉੱਤੇ ਵੀ ਐਮਐਸਪੀ ਦੇ ਦਾਂਗੇ। ਇਹਦਾ ਮਤਲਬ ਝੋਨੇ ਤੋਂ ਲੋਕਾਂ ਨੂੰ ਮੋੜਨ ਵਾਲਾ ਰਾਹ ਠੀਕ ਅਪਣਾ ਲਿਆ ਉਹਨੇ। ਇਹਨੂੰ ਇੱਥੋਂ ਤੱਕ ਠੀਕ ਹੈ। ਹੁਣ ਅਗਲੀ ਗੱਲ ਆ ਗਈ, ਇੱਕ ਗੱਲ ਉਹਨਾਂ ਨੇ ਇਹ ਕਹੀ ਸੀਗੀ ਕਿ ਲੋਕਾਂ ਦਾ ਨੁਕਸਾਨ ਹੋ ਗਿਆ, ਫਸਲ ਦਾ ਝਾੜ ਘਟ ਗਿਆ, ਤੇ ਅਸੀਂ ਇਹਨਾਂ ਨੂੰ ਦੇਵਾਂਗੇ, ਬੋਨਸ ਦੇਵਾਂਗੇ ਪੰਜਾਬ ਨੂੰ, ਪੰਜਾਬ ਦੇ ਕਿਸਾਨਾਂ ਨੂੰ। ਇਹ ਵੀ ਉਹਨਾਂ ਦੀ ਗੱਲ ਮੈਨੂੰ ਠੀਕ ਲੱਗੀ ਹੈ। ਫਿਰ ਕਾਫੀ ਗੱਲਾਂ, ਜਿਵੇਂ ਮਤਲਬ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਬਾਸਮਤੀ ਹੈ, ਕਿਉਂਕਿ ਬਾਸਮਤੀ ਦੇ ਉੱਤੇ ਐਮਐਸਪੀ ਦਾ ਪ੍ਰਬੰਧ ਹੀ ਨਹੀਂ ਹੈ। ਬਿਲਕੁਲ ਡੱਲੇਵਾਲ ਸਾਹਿਬ, ਮੈਂ ਤੁਹਾਡੀ ਉਸ ਗੱਲ ਤੇ ਆਉਣਾ ਚਾਹੁੰਦਾ। ਤੁਸੀਂ ਗੱਲ ਬੋਨਸ ਦੀ ਕੀਤੀ, ਤਕਰੀਬਨ 20 ਦੇ ਲਗਭਗ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ ਘੱਟ ਝਾੜ ਦੇ ਹੋਣ ਦੀ। ਸਭ ਤੋਂ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨ ਨੇ ਖੁਦਕੁਸ਼ੀ ਕੀਤੀਆਂ ਉਹ ਤਕਰੀਬਨ ਨੌਜਵਾਨ ਕਿਸਾਨ ਸੀ। ਪਿਛਲੇ ਦਿਨਾਂ ਵਿੱਚ ਦੇਖਿਆ ਭਗਵੰਤ ਮਾਨ ਦਾ ਕੋਈ ਬਿਆਨ ਨਹੀਂ ਆਉਂਦਾ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ? ਮੈਂ ਉਹੀ ਗੱਲ ਪਹਿਲਾਂ ਹੀ ਕਰੀ ਹੈ ਨਾ, ਵੀ ਐਲਾਨ ਹੋ ਰਹੇ ਨੇ। ਇਹਦਾ ਐਲਾਨ ਵੀ ਨਹੀਂ ਹੋਇਆ ਜੀ? ਨਹੀਂ, ਮੈਂ ਜਿਹੜੀ ਇਹਦਾ ਬਿਆਨ ਵੀ ਨਹੀਂ ਹੋਇਆ। ਨਹੀਂ, ਮੈਂ ਕਹਿਣੀ ਚਾਹੁੰਦਾ, ਤੁਸੀਂ ਪਹਿਲਾਂ ਮੇਰੀ ਗੱਲ ਨੂੰ ਫੋਲੋ ਕਰਿਓ, ਫਿਰ ਆਪਾਂ ਗੱਲ ਉੱਥੇ ਆਊਗੀ। ਇਹ ਮੇਰਾ ਕਹਿਣ ਦਾ ਭਾਵ ਹੈ ਕਿ ਸਰਕਾਰ ਬਹੁਤ ਗੱਲਾਂ ਕਹਿ ਰਹੀ ਹੈ, ਉਹ ਕਹਿ ਲੈਂਦੇ ਆਪਾਂ ਚੱਲ, ਕਿ ਜਿਵੇਂ ਅਸੀਂ ਐਮਐਸਪੀ ਦੇਵਾਂਗੇ, ਅਸੀਂ ਬੋਨਸ ਵੀ ਦੇਵਾਂਗੇ। ਇਹ ਸਾਡੇ ਕੋਲ ਤਾਂ ਮੰਨ ਗਈ ਨਾ ਕਿ ਬੋਨਸ ਅਸੀਂ ਦੇਵਾਂਗੇ, ਅਸੀਂ 500 ਰੁਪਇਆ ਮੰਗਿਆ ਹੈ, ਕਿੰਨਾ ਦਿੰਦੇ ਆ, ਸਿਰਫ ਫਰਕ ਇੰਨਾ ਹੀ ਹੈ ਵੀ ਕਿੰਨਾ ਦੇ ਸਕਦੇ ਆ, ਉਹਦੀ ਗੱਲ ਆ। ਬਾਕੀ ਹੈ ਬੋਨਸ ਅਸੀਂ ਦੇਵਾਂਗੇ, ਕਿਸਾਨਾਂ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਮਤਲਬ ਇਹ ਆ ਕਿ ਇਹੀ ਮੈਂ ਕਿਹਾ ਨਾ ਕਿ ਉਹਨੂੰ ਕਰ ਪਾਉਣਾ ਤੇ ਬੋਲ ਲੈਣਾ, ਉਹਦੇ 'ਚ ਬੜਾ ਫਰਕ ਹੈ। ਹੁਣ ਲੋਕਾਂ ਨੂੰ ਸਾਡੇ ਮਤਲਬ ਕਿਸਾਨ ਬੜਾ ਵੱਡੀ ਦੁਖਾਂਤ ਹੈ ਕਿ ਥੋੜ੍ਹੇ ਜਿਹੇ ਟਾਈਮ 'ਚ 8-9 ਕਿਸਾਨ, ਨੌਜਵਾਨ ਮੁੰਡੇ ਖੁਦਕੁਸ਼ੀ ਕਰ ਜਾਂਦੇ ਆ, ਔਰ ਸਾਡੇ ਮੁੱਖ ਮੰਤਰੀ ਜੀ ਦਾ ਉਹਦੇ 'ਤੇ ਬਿਆਨ ਹੀ ਨਾ ਆਉਣਾ, ਉਹਦੇ 'ਤੇ ਬੋਲਣਾ ਹੀ ਨਾ, ਉਹਦੇ 'ਤੇ ਚਿੰਤਾ ਹੀ ਨਾ ਜ਼ਾਹਰ ਕਰਨੀ। ਇਹ ਕੀ ਸੰਕੇਤ ਦਿੰਦੀ ਹੈ ਗੱਲ? ਕਿੰਨੇ ਕੁ ਸੀਰੀਅਸ ਹੋਣਗੇ ਸਾਡੇ ਕਿਸਾਨਾਂ ਪ੍ਰਤੀ? ਇਹ ਉਹਨਾਂ ਮੁੰਡਿਆਂ ਦੀ ਮੌਤ 'ਤੇ ਨਾ ਬੋਲਣਾ, ਉਹਨਾਂ ਦੀ ਖੁਦਕੁਸ਼ੀ 'ਤੇ ਨਾ ਬੋਲਣਾ, ਇਹ ਆਪਣੇ ਆਪ ਸੂਈ ਖੜੀ ਕਰਦੀ ਹੈ ਕਿ ਇਹਦਾ ਮਤਲਬ ਨਾ ਬੋਨਸ ਮਿਲਣਾ ਹੈ, ਨਾ ਐਮਐਸਪੀ ਮਿਲਣੀ ਹੈ, ਉਹ ਕੇਵਲ ਐਲਾਨ ਹੀ ਰਹਿਣਗੇ। ਕਿਉਂਕਿ ਜੇ ਇਹਨਾਂ ਦਾ ਸਭ ਤੋਂ ਪਹਿਲਾਂ ਇਹ ਭਗਵੰਤ ਮਾਨ ਜੀ ਆਪਦੇ ਵੱਖ-ਵੱਖ ਪਲੇਟਫਾਰਮਾਂ ਤੋਂ, ਜਿਹੜਾ ਇਹਨਾਂ ਦਾ ਪਹਿਲਾ ਪਲੇਟਫਾਰਮ ਰਿਹਾ ਆਪਦੀ ਗੱਲ ਰੱਖਣ ਦਾ, ਉਹ ਹਰ ਤਬਕੇ ਨੂੰ ਇਹਨਾਂ ਨੇ ਉਹਦੇ ਆਪਦੇ ਟਾਰਗੇਟ ਤੇ ਲੈ ਕੇ ਆਂਦਾ। ਕਿੱਥੇ ਗਲਤੀ ਪੁਲਿਸ ਇਹਨਾਂ ਨੇ ਲੈ ਕੇ ਆਂਦੀ, ਸਰਕਾਰਾਂ ਇਹਨਾਂ ਨੇ ਲੈ ਕੇ ਆਂਦੀਆਂ, ਪੋਲੀਟੀਸ਼ੀਅਨ ਇਹਨਾਂ ਨੇ ਲੈ ਕੇ ਆਂਦੇ, ਟੀਚਰ ਇਹਨਾਂ ਨੇ ਲੈ ਕੇ ਆਂਦੇ, ਹਰ ਇੱਕ ਨੂੰ ਉਹਦੇ ਤੇ ਲੈ ਕੇ ਆਈ। ਇਹ ਹਰੇਕ ਗੱਲ ਨੂੰ, ਮੁੱਦੇ ਨੂੰ ਇਹਨਾਂ ਨੇ ਚੱਕਿਆ ਆਪਦੇ ਢੰਗ ਨਾਲ। ਪਰ ਅੱਜ ਤਾਂ ਮੌਕਾ ਆਪਦੇ ਹੱਥ 'ਚ ਆ ਨਾ, ਅੱਜ ਕਿਉਂ ਨਹੀਂ? ਅੱਜ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਵੀ ਸਰਕਾਰ ਨੂੰ ਕਿਵੇਂ ਦੇਖਦੇ ਆ,
ਪਿਛਲੇ ਦਿਨਾਂ ਸਾਨੂੰ ਕਹਿਤਾ ਕਿ ਮੂੰਗੀ ਬੀਜੋ, ਅਸੀਂ MSP ਦੇਵਾਂਗੇ। ਹੁਣ MSP ਵਾਸਤੇ ਮੂੰਗੀ ਪੈਦਾ ਹੋਊਗੀ ਤਾਂ ਫੇਰ ਹੀ ਦੇਣਗੇ ਨਾ। ਲੋਕ ਵਿਚਾਰੇ 400-400 ਰੁਪਏ ਕਿਲੋ ਦੇ ਭਾਅ ਦਾ ਬੀਜ ਲੈ ਕੇ ਰੱਖੀ ਬੈਠੇ। ਤੁਹਾਨੂੰ ਮੈਂ ਮੇਰੇ ਘਰੇ ਪਿਆ ਵਿਖਾ ਦਿੰਦਾ, ਬੀਜ ਲਿਆ ਕੇ ਰੱਖੀ ਬੈਠੇ ਆ। ਬੀਜਾ ਕਿਵੇਂ ਜਾਣਾ? ਰੌਣੀ ਹੋਣੀ ਹੈ। ਤਾਂ ਜੇ ਰੌਣੀ ਹੋਣੀ ਹੈ ਤਾਂ ਬਿਜਲੀ ਨਹੀਂ ਦਿੱਤੀ ਜਾ ਰਹੀ। ਹੁਣ ਸਟੇਟ ਦੇ ਮੁੱਖ ਮੰਤਰੀ ਹੈ, ਜੇਕਰ ਕੋਈ ਇੱਕ ਥਰਮਲ ਬਹਿ ਗਿਆ ਤਾਂ ਫਿਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਰਾਤੋਂ ਰਾਤ ਪ੍ਰਬੰਧ ਕਰੇ ਕਿਸੇ ਨਾਲ, ਕਿਸੇ ਗੁਆਂਢੀ ਸਟੇਟ ਨਾਲ, ਕਿਸੇ ਪਾਸੇ ਜਿੱਥੋਂ ਸਰਪਲਸ ਬਿਜਲੀ ਮਿਲ ਸਕਦੀ ਹੈ ਉਦੋਂ ਬਿਜਲੀ ਲਵੇ, ਬਿਜਲੀ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਦੇਵੇ। ਮੰਤਰੀ ਜੀ ਨੂੰ ਫਿਕਰ ਕਰਨਾ ਚਾਹੀਦਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਬੇਨਤੀ ਕਰੂੰਗਾ ਕਿ ਕਣਕ ਬੀਜਣ ਤੋਂ ਬਾਅਦ ਤੇ ਜਿਹੜਾ ਝੋਨਾ ਜਿਹੜਾ PR 126 ਲਾਉਣਾ ਹੈ ਨਾ ਜੀ, ਉਹਦੇ ਵਿੱਚ ਸਮਾਂ ਸਿਰਫ ਇਹ ਹੀ ਹੈ ਕਿ ਫਟਾਫਟ ਲੋਕ ਕਣਕ ਵੱਢ ਕੇ ਤੇ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਮੂੰਗੀ ਬੀਜ ਦੇਣ। ਮੈਂ ਉਸੇ ਗੱਲ ਤੇ ਆਉਣਾ ਚਾਹੁੰਦਾ ਡੱਲੇਵਾਲ ਸਾਹਿਬ, ਲਾਈਟ ਹੀ ਨਹੀਂ ਆ ਰਹੀ, MSP ਤਾਂ ਤੁਸੀਂ ਛੱਡੋ, ਲਾਈਟ ਹੀ ਨਹੀਂ ਆ ਰਹੀ। ਲੋਕ ਮੂੰਗੀ ਤਾਂ ਇੱਕ ਘੰਟਾ ਲੇਟ ਹੋ ਰਹੀ ਹੈ ਬੀਜਣ ਤੋਂ, 1 ਘੰਟੇ ਲੇਟ ਹੋ ਰਹੀ ਹੈ ਤੇ ਲਾਈਟ ਤਾਂ ਆ ਹੀ ਨਹੀਂ ਰਹੀ। ਨਹੀਂ, ਮੈਂ ਸਵਾਲ ਸਾਡਾ ਅੱਜ ਅਸੀਂ ਜਾਮ ਲਾਉਣਾ ਹੈ। ਕੱਲ ਅਸੀਂ SC ਫਰੀਦਕੋਟ ਘੇਰੀ ਰੱਖਿਆ। SC ਫਰੀਦਕੋਟ ਨੇ ਕੱਲ ਇਹ ਕਿਹਾ ਕਿ ਅਸੀਂ ਪੰਜਾਬ ਫਰੀਦਕੋਟ ਜ਼ਿਲ੍ਹੇ ਨੂੰ ਫਰੀਦਕੋਟ ਸਰਕਲ ਨੂੰ ਅਸੀਂ ਮਤਲਬ 6 ਘੰਟੇ ਬਿਜਲੀ ਦੇਵਾਂਗੇ। ਪਰ ਫਰੀਦਕੋਟ ਦਾ ਤਾਂ ਮੈਟਰ ਨਹੀਂ ਨਾ, ਇਹ ਇਹਦਾ ਪੂਰੇ ਪੰਜਾਬ ਦਾ ਮੈਟਰ ਹੈ। ਪੂਰੇ ਪੰਜਾਬ ਦਾ ਮੈਟਰ ਹੈ। ਇਸ ਕਰਕੇ ਅਸੀਂ ਅੱਜ ਮਤਲਬ ਸਾਡਾ ਪ੍ਰੋਗਰਾਮ ਹੈ ਕਿ ਅਸੀਂ 12 ਵਜੇ ਤੱਕ ਟਾਈਮ ਦਿੱਤਾ ਸਰਕਾਰ ਨੂੰ। ਅਗਰ 12 ਵਜੇ ਤੱਕ ਸਰਕਾਰ ਕੋਈ ਗੱਲ ਕਰਦੀ ਹੈ ਤਾਂ ਬਹੁਤ ਵਧੀਆ, ਨਹੀਂ ਤਾਂ ਫਿਰ ਅਸੀਂ 12 ਵਜੇ ਜਾਮ ਲਾ ਦੇਣਾ। ਹੁਣ ਸਵਾਲ ਇਸ ਗੱਲ ਦਾ ਹੈ ਕਿ ਸਰਕਾਰਾਂ ਨੇ ਉਹ ਕਾਲ ਪੂਰੇ ਪੰਜਾਬ 'ਚ ਕੀਤੀ ਕਿ ਫਰੀਦਕੋਟ? ਨਹੀਂ, ਪੂਰੇ ਪੰਜਾਬ 'ਚ ਮਤਲਬ ਇਹ ਜਾਮ ਲੱਗਣਾ ਹੈ। ਮਤਲਬ ਮੇਰਾ ਇਹ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ, ਜੇਕਰ ਕੋਈ ਪ੍ਰੋਬਲਮ ਆ ਗਈ, ਬਿਜਲੀ ਘਟ ਗਈ, ਬਿਜਲੀ ਨਹੀਂ ਮਿਲ ਰਹੀ ਕਿਸਾਨਾਂ ਨੂੰ, ਤੇ ਯਾਰ ਤੁਸੀਂ ਫਿਰ ਕਿਤੋਂ ਪ੍ਰਬੰਧ ਕਰਕੇ ਦਿਓ। ਇਹਦਾ ਮਤਲਬ ਇਹ ਥੋੜ੍ਹਾ ਕਿ ਹੱਥ ਤੇ ਧਰ ਕੇ ਬੈਠੇ ਰਹੀਏ ਕਿ ਜੀ ਸਾਡਾ ਸਿਸਟਮ ਅਜੇ ਚੱਲੂਗਾ, 4 ਦਿਨਾਂ ਨੂੰ ਚੱਲੂ, 5 ਦਿਨਾਂ ਨੂੰ ਚੱਲੂ। ਇਸ ਵੇਲੇ ਜਿਹੜੀ ਆਪਾਂ ਲੋਕਾਂ ਨੂੰ ਉਂਗਲ ਲਾਈ ਹੈ ਕਿ ਮੂੰਗੀ ਬੀਜੋ, ਬੀਜ ਲੈ ਕੇ ਲੋਕ ਘਰੇ ਰੱਖੀ ਬੈਠੇ ਆ, ਤਾਂ ਸਰਕਾਰ ਉਨੀ ਸੰਜੀਦਗੀ ਨਾਲ ਕੰਮ ਨਹੀਂ ਕਰ ਰਹੀ ਜਿੰਨੀ ਨਾਲ ਕਰਨ ਦੀ ਲੋੜ ਹੈ। ਤਾਂ ਮੈਨੂੰ ਲੱਗ ਨਹੀਂ ਰਿਹਾਗਾ ਕਿ ਭਗਵੰਤ ਮਾਨ ਜੀ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਤੇ ਪੂਰੀ ਉਤਰ ਸਕੇ। ਬਿਲਕੁਲ। ਮੇਰਾ ਲਾਸਟ ਸਵਾਲ ਹੈ ਤੁਹਾਨੂੰ ਜਾਂਦੇ ਜਾਂਦੇ, ਮੇਰਾ ਸਵਾਲ ਇਹ ਹੈ, ਦੀਪ ਸਿੱਧੂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੀਪ ਸਿੱਧੂ ਦੀ ਹੁਣ ਮੌਤ ਹੋ ਚੁੱਕੀ ਹੈ, ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡੀ ਇੱਕ ਵੀਡੀਓ ਵੀ ਹੁੰਦੀ ਹੈ। ਦੀਪ ਸਿੱਧੂ ਨੂੰ ਕਿਸ ਤਰ੍ਹਾਂ ਦੀ ਉਹਦੀ ਭੂਮਿਕਾ ਨੂੰ ਦੇਖਦੇ? ਦੇਖੋ, ਦੀਪ ਸਿੱਧੂ ਹੋਰਾਂ ਨੇ ਵੀ ਆਪਦੇ ਢੰਗ ਨਾਲ ਮਤਲਬ ਅੰਦੋਲਨ ਲੜਿਆ, ਪਰ ਮੈਨੂੰ ਇਹ ਲੱਗਿਆ ਕਿ ਉਹ ਕੋਈ ਨੌਜਵਾਨ ਸੀ। ਨੌਜਵਾਨ ਨੇ ਆਪਦੀ ਜਵਾਨੀ ਦੇ ਹਿਸਾਬ ਨਾਲ ਲੜਿਆ। ਇਹਦਾ ਫਰਕ ਰਹੇਗਾ ਨਾ, ਜੇ ਕਿਸੇ ਦਾ ਸਾਡਾ ਵੱਟ ਦਾ ਰੌਲਾ ਪੈ ਜੇ ਨਾ, ਅਸੀਂ 2 ਜਾਣੇ ਖੜੇ ਹੋਈਏ, ਮੈਂ ਵੀ ਖੜਾ ਹੋਵਾਂ ਤੇ ਮੇਰਾ ਬੇਟਾ ਵੀ ਖੜਾ ਹੋਵੇ, ਰੌਲਾ ਹੋਵੇ ਕਿਸੇ ਨਾਲ, ਤਾਂ ਮੈਂ ਤਾਂ ਕਹੂੰਗਾ ਸ਼ਾਂਤੀ ਰੱਖੋ, ਤੇ ਬੇਟਾ ਕਹੂਗਾ ਡੈਡੀ ਤੂੰ ਪਿੱਛੇ ਹੋ, ਮੈਨੂੰ ਫਾਹਾ ਵੱਢਣ ਦੇ, ਨਿਮੇੜਨ ਦੇ, ਗੱਲ ਸਿਰੇ ਲਾਉਣ ਦੇ। ਉਹ ਇੱਕ ਨੌਜਵਾਨ ਹੈ, ਨੌਜਵਾਨ ਸੀਗੇ। ਨੌਜਵਾਨ ਹੋਣ ਦੇ ਕਾਰਨ ਉਹ ਥੋੜ੍ਹਾ ਜਿਹਾ ਉਤਾਵਲਾਪਣ ਵੱਲ ਨੂੰ ਚੱਲ ਗਏ, ਜਿਹਦੇ ਕਰਕੇ ਮੈਂ ਸਮਝਦਾ ਹਾਂ ਕਿ ਇੱਕ ਵਾਰੀ ਮੋਰਚੇ ਦੇ ਵਿੱਚ ਥੋੜ੍ਹਾ ਬਹੁਤਾ ਦਿੱਕਤਾਂ ਵੀ ਆਈਆਂ। ਵੈਸੇ ਇਉਂ ਕਹਿਣਾ ਵੀ ਮਤਲਬ ਕਿ ਦੀਪ ਸਿੱਧੂ ਬਹੁਤ ਮਾੜਾ, ਮੈਨੂੰ ਲੱਗਦਾ ਅੰਦੋਲਨ ਦੇ ਵਿੱਚ ਤਾਂ ਹਿੱਸਾ ਉਹਨੇ ਲਿਆ, ਚੰਗਾ ਲਿਆ ਮਾੜਾ ਲਿਆ ਇਹ ਗੱਲ ਵੱਖਰੀ ਹੈ। ਦੁੱਖ ਨੂੰ ਉਹਦੀ ਮੌਤ ਦਾ ਸਾਰਿਆਂ ਨੂੰ ਹੈ। ਮੈਂ ਤਾਂ ਉਸ ਦਿਨ ਵੀ ਮੰਗ ਕੀਤੀ ਸੀਗੀ ਕਿ ਇਹਦੀ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਹੈ, ਪਤਾ ਲੱਗੇ ਕਿ ਇਹਦੀ ਮੌਤ ਜਿਹੜੀ ਹੋਈ ਹੈ ਉਹ ਕਿਹਨਾਂ ਕਾਰਨ ਹੈ। ਮੇਰਾ ਲਾਸਟ ਸਵਾਲ ਤੁਹਾਨੂੰ, ਇਲੈਕਸ਼ਨ ਲੜਨ ਦੇ ਵਿੱਚ ਕੀ ਕਾਰਨ ਹੋ ਸਕਦਾ? ਰਾਜਿਆਂ ਨੇ ਇਲੈਕਸ਼ਨ ਲੜੇ, ਲੱਖੇ ਸਿਧਾਣੇ ਇਲੈਕਸ਼ਨ ਲੜੇ, ਕੀ ਲੱਗਦਾ ਤੁਹਾਨੂੰ ਇਲੈਕਸ਼ਨ ਲੜਨ ਦੇ ਵਿੱਚ ਕੀ ਕਾਰਨ ਹੋ ਸਕਦਾ? ਦੇਖੋ, ਇਲੈਕਸ਼ਨ ਲੜਨ ਵਾਲੇ ਲੱਖਾ ਸਿਧਾਣਾ ਤਾਂ ਪਹਿਲਾਂ ਵੀ ਇਲੈਕਸ਼ਨ ਲੜ ਗਿਆ ਸੀ। ਰਾਜੇਵਾਲ ਸਾਹਿਬ ਹੋਰਾਂ ਦਾ ਜਿਹੜਾ ਇਲੈਕਸ਼ਨ ਲੜਨਾ, ਮੈਨੂੰ ਲੱਗਦਾ ਹੈ ਇਹਨਾਂ ਨੂੰ ਤਾਂ ਐਂ ਲੱਗ ਗਈ ਗੱਲ ਕਿ ਬਹੁਤ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਹੁਣ ਅਸੀਂ ਸ਼ਾਇਦ ਮਤਲਬ ਸਰਕਾਰ ਬਣਾ ਜਾਵਾਂਗੇ। ਜਾਂ ਮੈਂ ਇਹ ਵੀ ਕਹਿ ਸਕਦਾ ਕੁਝ ਗੱਲਾਂ ਇਹੋ ਜਿਹੀਆਂ ਵੀ ਆ ਗਈਆਂ ਕਿ ਅੰਦੋਲਨ ਲੜਨ ਤੋਂ ਬਾਅਦ ਅਗਰ ਇਲੈਕਸ਼ਨ ਜਿੱਤਣੀ ਸੀ, ਜਾਂ ਤਾਂ ਇਹਨਾਂ ਤੋਂ ਰਣਨੀਤੀ 'ਚ ਘਾਟ ਰਹੀ ਹੈ, ਜਾਂ ਇਹਨਾਂ ਦੀ ਕੋਈ ਹੋ ਸਕਦਾ ਕਿਸੇ ਪੋਲੀਟੀਕਲ ਧਿਰ ਨਾਲ ਸਾੜਗਾਟ ਹੋਵੇ। 2 ਗੱਲਾਂ ਸਾਹਮਣੇ ਆਈਆਂ। ਇੱਕ ਤਾਂ ਰੁਲਦੂ ਸਿੰਘ ਮਾਨਸਾ ਦਾ ਬਿਆਨ ਹੁੰਦਾ ਹੈ ਕਿ ਅਸੀਂ ਆਪ ਵੀ ਨਹੀਂ ਜਿੱਤਦੇ, ਆਪ ਤਾਂ ਨਹੀਂ ਅਸੀਂ ਜਿੱਤਦੇ, ਤੇ ਜਿੱਤਣ ਅਸੀਂ ਆਮ ਵਾਲਿਆਂ ਨੂੰ। ਲੱਗਦਾ ਵੀ ਪਲੈਨਿੰਗ ਕਿਤੇ ਸਰਕਾਰਾਂ ਦੀ ਨਾ ਕੀਤੀ ਹੋਵੇ, ਜਿੱਤਣ ਅਸੀਂ ਆਮ ਵਾਲਿਆਂ ਨੂੰ। ਇਹ ਕਹਿਣਾ ਜਿਹੜਾ ਇਹ ਕਿਤੇ ਨਾ ਕਿਤੇ ਮਤਲਬ ਲੋਕਾਂ ਦੇ ਦਿਮਾਗ ਦੇ ਵਿੱਚ ਸ਼ੰਕੇ ਪੈਦਾ ਕਰ। ਇੱਕ ਗੱਲ। ਨੰਬਰ 2, ਹੁਣ BJP ਦੇ ਲੀਡਰ ਨੂੰ ਖੰਨੇ ਤੋਂ ਟਿਕਟ ਜਿਹੜੀ ਦਿੱਤੀ ਉਹ BJP ਦੇ ਲੀਡਰ ਨੂੰ ਦਿੱਤੀ ਹੈ, ਤਾਂ ਇੱਥੇ ਵੀ ਸਾਲਾ ਮਤਲਬ ਸਵਾਲ ਖੜਾ ਹੁੰਦਾ ਦਿਮਾਗ 'ਚ ਵੀ ਜਿਨ੍ਹਾਂ ਨਾਲ ਅਸੀਂ ਲੜ ਕੇ ਆਏ ਹਾਂ, ਜਿਨ੍ਹਾਂ ਨਾਲ ਅਸੀਂ ਭਿੜ ਕੇ ਆਏ ਹਾਂ, ਉਹਨਾਂ ਬੰਦਿਆਂ ਨੂੰ ਤੁਸੀਂ ਟਿਕਟਾਂ ਦੇਣੀਆਂ ਸ਼ੁਰੂ ਕਰਤੀਆਂ। 2 ਗੱਲਾਂ ਜੀ। ਤੀਜੀ ਗੱਲ, ਜੇਕਰ ਜਿੱਤਣਾ ਹੁੰਦਾ, ਮਨ ਹੁੰਦਾ ਜਿੱਤਣ ਦਾ,
ਤਾਂ ਫਿਰ ਮਤਲਬ ਸਭ ਤੋਂ ਪਹਿਲਾ ਕੰਮ ਇਹ ਬਣਦਾ ਸੀਗਾ ਕਿ ਅਸੀਂ 20% 25% ਟਿਕਟਾਂ ਜਿਹੜੀਆਂ ਉਹ ਉਹਨਾਂ ਪਰਿਵਾਰਾਂ ਨੂੰ ਦਿੰਦੇ ਜਿਨ੍ਹਾਂ ਦੇ ਨੌਜਵਾਨ ਜਿਨ੍ਹਾਂ ਦੇ ਬਜ਼ੁਰਗ ਉੱਥੇ ਸ਼ਹੀਦ ਹੋਏ ਆ। ਅਗਰ ਉਹਨਾਂ ਨੂੰ 25% ਟਿਕਟਾਂ ਮਿਲਦੀਆਂ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਦੂਜੀ ਗੱਲ, ਇਦੋਂ ਵੀ ਗਾਂ ਅਗਲੀ ਗੱਲ, ਅਗਰ ਇਲੈਕਸ਼ਨ ਜਿੱਤਣਾ ਸੀ ਨਾ, ਉਹਨਾਂ ਨੇ ਉੱਥੋਂ ਮੋਰਚਾ ਛੱਡ ਕੇ ਨਹੀਂ ਸੀ ਆਉਣਾ ਚਾਹੀਦਾ। ਅਸੀਂ MSP ਦੇ ਮੁੱਦੇ ਤੇ ਲੱਤ ਅੜਾ ਕੇ ਮੋਰਚਾ ਲਾ ਕਾਇਮ ਰੱਖਦੇ, ਅਸੀਂ ਬਹਿੰਦੇ ਮੋਰਚੇ 'ਚ ਸਾਰੇ ਜਾਣੇ ਉੱਥੇ। ਚਲੋ ਸਾਡੀ ਜਥੇਬੰਦੀਆਂ ਤਾਂ ਇਲੈਕਸ਼ਨ ਲੜਨਾ ਹੀ ਨਹੀਂ, ਸਾਡੀ ਤਾਂ ਇੱਕ ਮਤਲਬ ਕਲੀਅਰ ਕੱਟ ਫੈਸਲਾ ਹੈ। ਜਿਨ੍ਹਾਂ ਵੀਰਾਂ ਨੇ ਵੀ ਲੜਨਾ ਸੀ ਨਾ ਉਹ ਰਹਿੰਦੇ ਤਾਂ ਮੋਰਚੇ 'ਚ ਹੀ, ਉੱਥੋਂ ਆਪਦੇ ਨਾਮਜ਼ਦਗੀ ਪੇਪਰ ਭਰ ਦਿੰਦੇ। ਮੈਂ ਦਾਅਵੇ ਨਾਲ ਗੱਲ ਕਰਦਾ, ਲੋਕਾਂ ਨੇ ਘਰੇ ਬੈਠਿਆਂ ਨੂੰ ਜਿਤਾ ਦੇਣਾ, ਮੋਰਚੇ 'ਚ ਬੈਠਿਆਂ ਨੂੰ ਜਿਤਾ ਦੇਣਾ ਸੀ, ਨਹੀਂ ਲੋੜ ਪੈਣੀ ਸੀ ਇੱਥੇ ਆ ਕੇ ਇਹ ਕੰਪੇਨ ਚਲਾਉਣ ਦੀ। ਤੋ ਇੱਥੇ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਹੈ ਕਿ ਇਲੈਕਸ਼ਨ ਜਿੱਤਣ ਵਾਲੇ ਖਬਰਾਂ ਪਾਸੇ ਉਹਨਾਂ ਦਾ ਮੂਡ ਹੀ ਨਾ ਹੋਵੇ। ਬਾਕੀ ਕੁਝ ਜਥੇਬੰਦੀਆਂ ਯੂ ਟਰਨ ਲੈ ਗਈਆਂ ਵਿੱਚੋਂ, ਇਹਨਾਂ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਵੀ ਕਰਿਆ ਕੀ। ਪਹਿਲਾਂ ਤਾਂ 22-25 ਜਥੇਬੰਦੀਆਂ ਇਕਜੁੱਟ ਸੀ ਇਲੈਕਸ਼ਨ ਲੜਨ ਨੂੰ, ਅਗਲੇ ਦਿਨ ਮਤਲਬ 2 ਵਾਪਸ ਹੋ ਗਈਆਂ, ਫਿਰ ਇੱਕ ਹੋਰ ਹੋ ਗਈ, ਫਿਰ ਇੱਕ ਹੋਰ ਹੋ ਗਈ, ਫਿਰ ਇੱਕ ਹੋਰ ਹੋ ਗਈ। ਕਰਦਿਆਂ ਜਿਨ੍ਹਾਂ ਨੇ ਟਿਕਟਾਂ ਲੈਣ ਵਾਲੇ ਸਿਰਫ 8 ਹੀ ਰਹਿ ਗਏ, ਬਾਕੀ ਸਾਰੇ ਯੂ ਟਰਨ ਲੈ ਗਏ। ਰੁਲਦੂ ਮਾਨਸਾ ਜੀ ਨੇ ਇਹ ਐਲਾਨ ਕਰਤਾ ਕਿ ਜੀ ਅਸੀਂ ਤਾਂ ਸਾਡੀ ਜਿਹੜੀ ਜਥੇਬੰਦੀ ਹੈ ਪਾਰਟੀ ਹੈ, ਅਸੀਂ SSM ਦੇ ਚੋਣ ਨਿਸ਼ਾਨ 'ਤੇ ਨਹੀਂ ਲੜਾਂਗੇ, ਅਸੀਂ ਤਾਂ ਜੀ ਆਪਦੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜਾਂਗੇ। ਮਤਲਬ ਇਹ ਜਿਹੀਆਂ ਗੱਲਾਂ ਆਉਣੀਆਂ ਆਪਣੇ ਆਪ ਆਉਣੀਆਂ, ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਲੋਕ ਚਾਲਾਂ 'ਚ ਫਸੇ ਨੇ। ਚਾਲ ਉਹ ਕਿਸੇ ਦੀ ਵੀ ਹੋ ਸਕਦੀ ਹੈ, ਉਹ BJP ਦੀ ਵੀ ਹੋ ਸਕਦੀ ਹੈ, ਇਹ ਕਿਸੇ ਅਕਾਲੀ ਕਾਂਗਰਸੀਆਂ ਦੀ ਵੀ ਹੋ ਸਕਦੀ ਹੈ, ਇਹ ਕਾਮਰੇਡੀਆਂ ਦੇ ਰੇਡਵੀਰਾਂ ਦੀ ਵੀ ਚਾਲ ਹੋ ਸਕਦੀ ਹੈ, ਜਿਹਦੇ 'ਚ ਸਾਰੇ ਚਾਲ 'ਚ ਫਸ ਗਏ। ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਡੱਲੇਵਾਲ ਸਾਹਿਬ। ਧੰਨਵਾਦ ਜੀ। ਇਹ ਸੀ ਜਗਜੀਤ ਸਿੰਘ ਡੱਲੇਵਾਲਾ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਨੇ। ਕਿਉਂਕਿ ਵੱਡਾ ਅੰਦੋਲਨ ਜਿੱਤ ਕੇ ਆਏ ਨੇ, ਪੰਜਾਬ ਦੇ ਵਿੱਚ ਆਏ ਸੀ, ਤਮਾਮ ਮੁੱਦਿਆਂ ਤੇ ਗੱਲਬਾਤ ਕੀਤੀ। ਤੁਸੀਂ ਜੁੜੇ ਰਹੋ ਲੋਕ ਰਾਏ TV ਦੇ ਨਾਲ। ਕੈਮਰਾਮੈਨ ਸਿੰਘ ਦੇ ਨਾਲ ਪਰਮਿੰਦਰ ਸਿੰਘ, ਧੰਨਵਾਦ।